ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋਇਆ ਕਰਦੇ ਹਾਂ। ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੁੰਦਾ ਹੈ। ਨਵੇਂ ਵਿਸ਼ੇ ਤੇ ਨਵੇਂ ਮਹਿਮਾਨ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਕਰਦੇ ਹਾਂ, ਰੂਬਰੂ ਕਰਦੇ ਹਾਂ, ਇਸ ਕਰਕੇ ਕਿਉਂਕਿ ਕਮਿਊਨਿਟੀ ਦੇ ਵਿੱਚ ਜਾਗਰੂਕਤਾ ਅਵੇਅਰਨੈਸ ਪੈਦਾ ਹੋ ਸਕੇ, ਫੈਲ ਸਕੇ। ਸੋ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖਦੇ ਹੋ, ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਜੋ ਸਿੱਧਾ ਪ੍ਰਸਾਰਣ ਹੈ ਤੁਸੀਂ ਫੇਸਬੁੱਕ ਤੇ ਵੀ ਦੇਖ ਸਕਦੇ ਹੋ। ਔਰ ਕਿਸੇ ਕਿਸਮ ਦੀ ਜਾਣਕਾਰੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਆ, ਕੋਈ ਸਵਾਲ ਕਰਨਾ ਚਾਹੁੰਦੇ ਆ ਜਾਂ ਕੋਈ ਸੁਝਾਅ ਫੀਡਬੈਕ ਦੇਣਾ ਚਾਹੁੰਦੇ ਆ ਤਾਂ ਸਟੂਡੀਓ ਦਾ ਨੰਬਰ ਜ਼ਰੂਰ ਨੋਟ ਕਰੋ। 905 790 9099 ਸਟੂਡੀਓ ਦਾ ਨੰਬਰ ਹੈ। ਔਰ ਤੁਸੀਂ ਜਦੋਂ ਮਰਜ਼ੀ ਇਸ ਸਟੂਡੀਓ ਦੇ ਨੰਬਰ ਤੇ ਕਾਲ ਕਰਕੇ ਜਦੋਂ ਜਿਹੜੇ ਸਾਡੇ ਗੈਸਟ ਆਉਂਦੇ ਨੇ ਉਹਨਾਂ ਬਾਰੇ ਜਾਣਕਾਰੀ ਜਾਂ ਕੋਈ ਪ੍ਰੋਗਰਾਮ ਦੀ ਕੋਈ ਜਾਣਕਾਰੀ ਇੱਥੇ ਦਿੱਤੀ ਜਾਂਦੀ ਹੈ ਉਹਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਆ। ਪਰ ਪ੍ਰੋਗਰਾਮ ਦੇ ਦੌਰਾਨ ਜ਼ਰੂਰ ਕਾਲ ਕਰਿਆ ਕਰੋ, ਤਾਂ ਜ਼ਰੂਰ ਤਾਂ ਕਹਿਣਾ ਤਾਂ ਕਿ ਨਾਲ ਦੀ ਨਾਲ ਤੁਹਾਡੀ ਫੀਡਬੈਕ ਸਾਡੇ ਤੱਕ ਪਹੁੰਚਦੀ ਹੋ ਸਕੇ। ਸੋ ਅੱਜ ਜੋ ਅਸੀਂ ਵਿਸ਼ਾ ਲੈ ਕੇ ਆਏ ਹਾਂ ਉਹ ਇੱਕ ਅਜਿਹਾ ਵਿਸ਼ਾ ਹੈ ਜਿਹਨੂੰ ਇਹ ਕਹਿ ਲਓ ਕਿ ਵੀ ਹਰੇਕ ਵਿਅਕਤੀ ਨੂੰ ਜੇ ਕਹਿ ਲਓ ਵੀ ਬੱਚੇ ਤੋਂ ਲੈ ਕੇ ਬਜ਼ੁਰਗ ਅਵਸਥਾ ਤੱਕ ਹਰੇਕ ਵਿਅਕਤੀ ਨੂੰ ਉਸ ਚੀਜ਼ ਦੀ, ਉਸ ਵਸਤੂ ਦੀ ਜ਼ਰੂਰਤ ਹੈ। ਹੁਣ ਕਿਹੜੀ ਚੀਜ਼ ਹੈ, ਕਿਹੜੀ ਵਸਤੂ ਹੈ? ਗੁਰਬਾਣੀ ਦੇ ਵਿੱਚ ਆਉਂਦਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਣ। ਇਹ ਕਿਉਂ ਕਿਹਾ ਜਾਂਦਾ ਗੁਰੂ ਸਾਹਿਬਾਨ ਵੱਲੋਂ ਕਿ ਮਨ ਨੂੰ ਕਈ ਵਾਰੀ ਕਹਿੰਦੇ ਵੀ ਮਨ ਚੰਗਾ ਕਠੌਤੀ ਮੇ ਗੰਗਾ। ਜਦੋਂ ਮਨ ਦੀ ਗੱਲ ਕਰਦੇ ਆ, ਸਾਡੇ ਦਿਮਾਗ ਦੀ ਗੱਲ ਕਰਦੇ ਆ, ਮਨ ਦੀਆਂ ਪਰਤਾਂ ਦੀ ਗੱਲ ਕਰਦੇ ਆ, ਤਾਂ ਸਾਨੂੰ ਸਭ ਤੋਂ ਪਹਿਲਾ ਜਿਹੜਾ ਇੱਕ ਸ਼ਬਦ ਜੋ ਸਾਡੇ ਸਾਹਮਣੇ ਆਉਂਦਾ, ਜੇ ਕੈਨੇਡਾ ਦੀ ਗੱਲ ਕਰੀਏ ਖਾਸ ਕਰਕੇ, ਤਾਂ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਇੱਥੇ ਜੋ ਸਾਨੂੰ ਘੋੜ ਦੌੜ ਲੱਗੀ ਹੋਈ ਆ ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਵੱਡਾ ਸ਼ਬਦ ਆ ਉਹ ਹੈ ਸਟ੍ਰੈਸ। ਸਾਡੇ ਦਿਮਾਗ ਦੇ ਉੱਪਰ ਇੱਕ ਸਟ੍ਰੈਸ ਨਾਮ ਦਾ ਜਾਲ ਵਿਛਿਆ ਹੋਇਆ ਹੈ ਔਰ ਅਜਿਹਾ ਪਚੀਦਾ ਜਾਲ ਹੈ ਕਿ ਉਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਔਰ ਕਿਵੇਂ ਨਿਕਲਿਆ ਜਾ ਸਕਦਾ ਹੈ, ਅੱਜ ਅਜਿਹੀਆਂ ਹੀ ਗੱਲਾਂ ਕਰਾਂਗੇ। ਅੱਜ ਗੱਲ ਕਰ ਰਹੇ ਹਾਂ ਧਿਆਨ ਸਾਧਨਾ ਦੀ, ਮੈਡੀਟੇਸ਼ਨ ਦੀ। ਅਸਲ ਦੇ ਵਿੱਚ ਮੈਡੀਟੇਸ਼ਨ ਹੁੰਦਾ ਕੀ ਹੈ ਔਰ ਜੇ ਮੈਡੀਟੇਸ਼ਨ ਕੋਈ ਅਜਿਹੀ ਚੀਜ਼ ਹੈ, ਅਜਿਹੀ ਵਸਤੂ ਹੈ ਜਿਹਦੇ ਨਾਲ ਕਹਿੰਦੇ ਹੁੰਦੇ ਕਿ ਵੀ ਮਨ ਨੂੰ ਸਮਝਿਆ ਜਾ ਸਕਦਾ, ਮਨ ਨੂੰ ਚੰਗੇ ਪਾਸੇ ਲਾਇਆ ਜਾ ਸਕਦਾ। ਇਹ ਵੀ ਕਹਿੰਦੇ ਆ ਵੀ ਸ਼ੈਤਾਨ ਤੋਂ ਭਗਵਾਨ ਵੱਲ ਨੂੰ ਵੀ ਲੈ ਜਾਂਦਾ ਇਹ ਮੈਡੀਟੇਸ਼ਨ ਜੇ ਅਜਿਹੀ ਅਵਸਥਾ ਹੈ। ਜਦੋਂ ਆਪਾਂ ਭਗਤੀ ਦੀ ਗੱਲ ਕਰਦੇ ਹਾਂ ਕਿ ਭਗਤੀ ਭੈ ਪਲੱਸ ਗਤੀ, ਜਦੋਂ ਆਪਾਂ ਸੰਧੀ ਨਿਸ਼ੇਧ ਕਰਦੇ ਹਾਂ ਭਗਤੀ ਦਾ ਭੈ ਪਲੱਸ ਗਤੀ, ਤਾਂ ਉਹ ਇਹੀ ਬਣਦਾ ਕਿ ਜਦੋਂ ਅਸੀਂ ਆਪਣੇ ਮਨ ਨੂੰ ਮੋੜ ਕੇ ਜਿਵੇਂ ਕਹਿੰਦੇ ਵੀ ਮਟੀਰੀਅਲਿਸਟਿਕ ਚੀਜ਼ਾਂ ਤੋਂ ਮੋੜ ਕੇ ਅਸੀਂ ਜਦੋਂ ਕੁਦਰਤ ਵੱਲ ਨੂੰ, ਨੇਚਰ ਵੱਲ ਨੂੰ, ਰੱਬ ਵੱਲ ਨੂੰ ਜੁੜਦੇ ਹਾਂ, ਬੇਸਿਕਲੀ ਉਹੀ ਭਗਤੀ ਹੈ, ਉਹੀ ਮੈਡੀਟੇਸ਼ਨ ਹੈ। ਉਹਦੀ ਅੱਜ ਗੱਲ ਕਰਾਂਗੇ ਕਿਵੇਂ ਮੈਡੀਟੇਸ਼ਨ ਕਰੀ ਜਾ ਸਕਦੀ ਹੈ, ਉਹਦੀਆਂ ਕਿਹੜੀਆਂ ਵਿਧੀਆਂ ਨੇ। ਔਰ ਜੇ ਕਿਸੇ ਨੇ ਰੋਜ਼ਾਨਾ ਦੇ ਤੌਰ ਤੇ, ਜਿਵੇਂ ਅਸੀਂ ਆਪਣੀ ਸਿਹਤ ਨੂੰ ਠੀਕ ਕਰਨ ਦੇ ਲਈ, ਸਰੀਰਕ ਸਿਹਤ ਨੂੰ ਠੀਕ ਕਰਨ ਦੇ ਲਈ ਅਸੀਂ ਜਦੋਂ ਜਿਮ ਜੁਆਇਨ ਕਰਦੇ ਹਾਂ ਜਾਂ ਭੱਜਣਾ ਸ਼ੁਰੂ ਕਰਦੇ ਹਾਂ, ਸਵੀਮਿੰਗ ਜੁਆਇਨ ਕਰਦੇ ਹਾਂ, ਉਵੇਂ ਹੀ ਮਨ ਨੂੰ ਆਪਣੇ ਨੂੰ ਤੰਦਰੁਸਤ ਕਰਨ ਦੇ ਲਈ ਕਈ ਵਾਰੀ ਅਸੀਂ ਕੈਂਪ ਲਾਉਂਦੇ ਹਾਂ, ਮੈਡੀਟੇਸ਼ਨ ਕੈਂਪ ਲੱਗਦੇ ਨੇ, ਧਿਆਨ ਸਾਧਨਾ ਦੇ ਸੈਮੀਨਾਰ ਲੱਗਦੇ ਨੇ। ਅੱਜ ਅਜਿਹੀਆਂ ਗੱਲਾਂ, ਅਜਿਹੀ ਵਿਸ਼ੇ ਦੇ ਉੱਪਰ ਚਰਚਾ ਹੋਏਗੀ। ਔਰ 905 790 9099 ਸਟੂਡੀਓ ਦਾ ਨੰਬਰ ਹੈ, ਜ਼ਰੂਰ ਕਾਲ ਕਰੋ। ਤੁਸੀਂ ਆਪਣੀ ਪਰੇਸ਼ਾਨੀ ਦੱਸ ਸਕਦੇ ਹੋ ਔਰ ਤੁਸੀਂ ਨਾਲ ਦੀ ਨਾਲ ਜੋ ਸਾਡੇ ਅੱਜ ਗੈਸਟ ਆਏ ਨੇ ਉਹਨਾਂ ਦੇ ਨਾਲ ਆਪਣੀ ਕੋਈ ਤਕਲੀਫ ਹੈ ਜਾਂ ਤੁਸੀਂ ਕਿਸੇ ਮਾੜੀ ਆਦਤ ਵੱਲ ਤੁਰ ਪਏ ਹੋ, ਉਹ ਕਿਵੇਂ ਠੀਕ ਹੋ ਸਕਦੀ ਆ, ਅੱਜ ਉਹ ਵੀ ਦੱਸਣਗੇ। ਸਾਡੇ ਨਾਲ ਅੱਜ ਉਚੇਚੇ ਤੌਰ ਤੇ ਪਹੁੰਚੇ ਨੇ ਆਰਟ ਆਫ ਲਿਵਿੰਗ ਦੇ ਟੀਚਰ ਨੇ ਜੋ ਕਿ ਜਸਮਿੰਦਰ ਵਿਰਕ ਅੱਜ ਸਾਡੇ ਸਟੂਡੀਓ ਤੇ ਪਹੁੰਚੇ ਆ। ਆਓ ਉਹਨਾਂ ਨਾਲ ਚਰਚਾ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਰਮਨ ਜੀ, ਬਹੁਤ ਬਹੁਤ। ਸੋ ਜਿਵੇਂ ਕਿ ਪਹਿਲਾਂ ਮੈਂ ਭੂਮਿਕਾ ਦੇ ਵਿੱਚ ਦੱਸਿਆ ਦਰਸ਼ਕਾਂ ਨੂੰ ਕਿ ਵੀ ਤੁਸੀਂ ਐਜ਼ ਅ ਟੀਚਰ ਤੁਸੀਂ ਆਰਟ ਆਫ ਲਿਵਿੰਗ ਦੇ ਵਿੱਚ ਕੰਮ ਕਰ ਰਹੇ ਹੋ। ਹਾਂਜੀ। ਸੋ ਆਰਟ ਆਫ ਲਿਵਿੰਗ, ਜਿਉਣ ਦੀ ਕਲਾ, ਜੀਵਨ ਜਿਉਣ ਦੀ ਕਲਾ, ਜੀਵਨ ਜਿਉਣ ਦੀ ਕਲਾ ਜਿਹੜੀ ਹੈ, ਇਹ ਇਸ ਸੰਸਥਾ ਦਾ ਬੇਸਿਕਲੀ ਮੁੱਦਾ ਹੈ ਜਾਂ ਕਹਿ ਲਓ ਸਲੋਗਨ ਹੈ, ਇੱਕ ਲੋਗੋ ਹੈ। ਬਿਲਕੁਲ। ਤੇ ਇਸ ਤੋਂ ਪਹਿਲਾਂ ਕਿ ਆਪਾਂ ਸੰਸਥਾ ਬਾਰੇ ਗੱਲ ਕਰੀਏ, ਮੈਂ ਤੁਹਾਡੇ ਬਾਰੇ ਜਾਣਨਾ ਚਾਹਣਾ ਥੋੜਾ ਜਿਹਾ। ਦਰਸ਼ਕਾਂ ਨੂੰ ਵੀ ਤੁਸੀਂ ਆਪਣੇ ਬਾਰੇ ਦੱਸੋ ਵੀ ਤੁਸੀਂ ਜਿਹੜਾ ਐਜ਼ ਅ ਟੀਚਰ ਤੁਸੀਂ ਇਸ ਸੰਸਥਾ ਦੇ ਨਾਲ ਜੁੜੇ ਹੋਏ ਹੋ, ਤਾਂ ਤੁਹਾਡਾ ਇਸ ਸੰਸਥਾ ਦੇ ਨਾਲ ਜੁੜਨਾ ਕਿਵੇਂ ਹੋਇਆ? ਜਦੋਂ ਤੋਂ ਤੁਸੀਂ ਕੈਨੇਡਾ ਦੇ ਵਿੱਚ ਆਏ ਆ ਤਾਂ ਉਦੋਂ ਤੋਂ ਹੀ ਟੀਚਿੰਗ ਕਰ ਰਹੇ ਹੋ ਜਾਂ ਬੈਕ ਹੋਮ ਤੋਂ ਵੀ ਇਸ ਸੰਸਥਾ ਦੇ ਨਾਲ ਜੁੜੇ ਹੋਏ ਸੀ?
ਥੈਂਕ ਯੂ ਰਮਨ ਜੀ, ਬਹੁਤ ਬਹੁਤ ਸਭ ਤੋਂ ਪਹਿਲਾਂ ਤਾਂ ਸਾਰੇ ਵਿਜ਼ਨਸ ਪੰਜਾਬ ਕੈਨੇਡਾ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਮੇਰਾ ਨਾਮ ਜਸਮਿੰਦਰ ਵਿਰਕ ਹੈ ਔਰ ਮੈਂ ਬਾਈ ਪ੍ਰੋਫੈਸ਼ਨ ਇੱਕ ਡਾਕਟਰ ਹਾਂ, ਟ੍ਰੇਨਡ ਫਰੋਮ ਇੰਡੀਆ। ਮੈਂ BBS ਕੀਤੀ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਔਰ ਮੈਂ ਉੱਥੇ ਗਵਰਨਮੈਂਟ ਜੌਬ 'ਚ ਸੀਗੀ। ਆਰਟ ਆਫ ਲਿਵਿੰਗ ਦੇ ਨਾਲ ਮੇਰਾ ਮੇਲ ਹੋਇਆ ਸਨ 2000 ਦੇ ਵਿੱਚ। 2 ਦਸ਼ਕ ਹੋ ਗਏ ਨੇ, 20 ਸਾਲ ਹੋ ਗਏ ਨੇ ਇਸ ਸੰਸਥਾ ਦੇ ਨਾਲ ਜੁੜੇ ਹੋਏ। ਇੱਕ ਵॉलंटियर ਦੇ ਤੌਰ ਤੇ ਮੈਂ ਜੁਆਇਨ ਕੀਤਾ ਸੀਗਾ ਔਰ ਕਿਸ ਤਰ੍ਹਾਂ ਮੇਰੀ ਜ਼ਿੰਦਗੀ ਦੇ ਵਿੱਚ ਚੇਂਜ ਆਇਆ। ਮੇਰਾ ਜਨਮ ਇੱਕ ਸਿੱਖ ਪਰਿਵਾਰ 'ਚ ਹੋਇਆ ਔਰ ਮੇਰੀ ਜਿਹੜੀ ਸਿੱਖਿਆ ਹੈ ਉਹ ਕਨਵੈਂਟ ਸਕੂਲ 'ਚ ਹੋਈ ਹੈ ਤੇ ਮੈਂ ਚਰਚ ਵੀ ਅਸੀਂ ਗਏ ਆ, ਮੰਦਿਰ ਵੀ ਗਏ ਆ, ਮਸਜਿਦ ਵੀ ਗਏ। ਜਦੋਂ ਮੈਂ ਇਹ ਆਰਟ ਆਫ ਲਿਵਿੰਗ ਦਾ ਕੋਰਸ ਕੀਤਾ ਤੇ ਇਹਦੇ ਵਿੱਚ ਸੁਦਰਸ਼ਨ ਕਿਰਿਆ ਸਿੱਖੀ, ਮੈਨੂੰ ਅਸਲ ਵਿੱਚ ਸਪਿਰਿਚੁਅਲਿਟੀ ਕੀ ਹੈ ਨਾ, ਉਹ ਕੀ ਹੈ, ਜੀਵਨ ਜੀਣ ਦੀ ਕਲਾ, ਉਹ ਅੰਦਰਲਾ ਤੱਤ ਕੀ ਹੈ, ਉਹਦਾ ਪਤਾ ਲੱਗਿਆ। ਫਿਰ ਗੁਰਦੁਆਰੇ ਜਦੋਂ ਜਾਣਾ ਤੇ ਅੱਖਾਂ ਬੰਦ ਕਰਕੇ ਫਿਰ ਅੱਖਾਂ ਖੋਲਣ ਨੂੰ ਜੀ ਨਹੀਂ ਸੀ ਕਰਦਾ। ਨਹੀਂ ਤਾਂ ਪਹਿਲਾਂ ਗੁਰਦੁਆਰੇ ਜਾਣਾ ਤੇ ਲੋਕੀ ਗੱਲਾਂ ਕਰ ਰਹੇ ਨੇ, ਪਰ ਇਹ ਜਦੋਂ ਧਿਆਨ ਸਿੱਖਣ ਤੋਂ ਬਾਅਦ, ਉਹ ਸੁਦਰਸ਼ਨ ਕਿਰਿਆ ਸਿੱਖਣ ਤੋਂ ਬਾਅਦ ਗੁਰਦੁਆਰੇ ਜਾ ਕੇ ਬਸ ਉਹ ਸ਼ਬਦ ਦਾ ਅਸਲੀ ਜਾਣਨਾ, ਅਸਲੀ ਪਤਾ ਲੱਗਿਆ ਵੀ ਇਹ ਸ਼ਬਦ ਹੈ, ਇਹ ਗੁਰਬਾਣੀ ਹੈ, ਕਿਉਂਕਿ ਉਹ ਅੰਦਰ ਦੀ ਜਿਹੜੀ ਖਿੜਕੀ ਸੀ ਉਹ ਖੁੱਲ ਗਈ। ਸੋ ਇਸ ਤਰ੍ਹਾਂ ਮੇਰਾ ਆਰਟ ਆਫ ਲਿਵਿੰਗ ਦੇ ਨਾਲ ਜੁੜਨਾ ਹੋਇਆ ਔਰ ਹੌਲੀ ਹੌਲੀ ਮੈਂ ਆਪਣੀ ਡਾਕਟਰੀ ਵੀ ਨਾਲ ਕਰਦੀ ਸੀ ਤੇ ਨਾਲ ਕਿਉਂਕਿ ਆਰਟ ਆਫ ਲਿਵਿੰਗ ਇੱਕ ਵॉलंटियर ਬੇਸਡ ਆਰਗੇਨਾਈਜੇਸ਼ਨ ਹੈ ਤੇ ਸਾਰੇ ਸੇਵਾ ਦੇ ਤੌਰ ਤੇ ਬਹੁਤ ਸਾਰੇ ਪ੍ਰੋਜੈਕਟ ਚੱਲਦੇ ਨੇ। ਤੇ ਫਿਰ ਮੈਂ ਇੱਕ ਵॉलंटियर ਦੀ ਤਰ੍ਹਾਂ ਸ਼ੁਰੂ ਕੀਤਾ ਤੇ 2008 ਦੇ ਵਿੱਚ ਮੈਂ ਟੀਚਰਸ ਟ੍ਰੇਨਿੰਗ ਕੋਰਸ ਕੀਤਾ ਤੇ ਫਿਰ ਮੈਂ ਬਣੀ ਯੂਥ ਐਮਪਾਵਰਮੈਂਟ ਐਂਡ ਸਕਿੱਲਸ ਵਰਕਸ਼ਾਪ ਟੀਚਰ। तो मैं बहुत सारे यूथ अपने इंडिया दे ਜਿਹੜੇ ਕਿ ਯੂਨੀਵਰਸਿਟੀਜ਼ ਚ, ਇੰਜੀਨੀਅਰਿੰਗ ਯੂਨੀਵਰਸਿਟੀਜ਼, NIT ਜਲੰਧਰ, NIT ਕੁਰੂਕਸ਼ੇਤਰ, ਲਵਲੀ ਯੂਨੀਵਰਸਿਟੀ ਜਲੰਧਰ, ਬਹੁਤ ਸਾਰੇ ਸਟੂਡੈਂਟਸ ਨੂੰ ਇਹ ਕੋਰਸ ਕਰਵਾਇਆ। ਔਰ ਫਿਰ ਇਹਦੇ ਨਾਲ ਇੱਕ ਹੈਪੀਨੈਸ ਪ੍ਰੋਗਰਾਮ ਹੈ ਜਿਹੜਾ 18 ਸਾਲ ਤੋਂ ਉੱਪਰ ਵਾਲੇ ਕੋਈ ਵੀ ਕਰ ਸਕਦੇ ਨੇ, ਮੈਂ ਉਹਦੀ ਟੀਚਰ ਹਾਂ। ਫਿਰ ਮੈਂ ਨਾਲ ਹੀ ਆਰਟ ਆਫ ਲਿਵਿੰਗ ਸ੍ਰੀ ਯੋਗਾ ਦੀ ਟ੍ਰੇਨਿੰਗ ਵੀ ਲਈ, ਮੈਂ ਯੋਗਾ ਟੀਚਰ ਵੀ ਬਣੀ। ਮਤਲਬ ਤੁਸੀਂ ਜੇ ਪੰਜਾਬੀ ਦੇ ਵਿੱਚ ਜੇ ਕਹੀਏ ਵੀ ਗੁਣਾਂ ਦੀ ਗੁਥਲੀ ਹੋ ਤੁਸੀਂ ਤਾਂ ਕਿ ਸਾਡੇ ਸਟੂਡੀਓ ਦੇ ਵਿੱਚ ਆਪਣੇ ਗੁਣਾਂ ਨੂੰ, ਆਪਣੇ ਪਟਾਰੀ ਦੇ ਵਿੱਚੋਂ ਤੁਸੀਂ ਉਹ ਚੀਜ਼ਾਂ ਅੱਜ ਦਰਸ਼ਕਾਂ ਨੂੰ ਵੀ ਦੇ ਕੇ ਜਾਓ ਤਾਂ ਕਿ ਜਿਹੜੀਆਂ ਚੀਜ਼ਾਂ ਤੁਸੀਂ ਮਹਿਸੂਸ ਕਰ ਰਹੇ ਹੋ, ਤੁਹਾਡੇ ਚਿਹਰੇ ਦੇ ਉੱਪਰ ਜਿਹੜੀ ਚਮਕ ਨਜ਼ਰ ਆ ਰਹੀ ਹੈ ਉਹ ਵਾਕਈ ਨਜ਼ਰ ਆ ਰਹੀ ਹੈ ਕਿ ਤੁਸੀਂ ਅੰਦਰਲੇ ਤੱਤ ਨੂੰ ਜਾਣ ਚੁੱਕੇ ਹੋ। ਔਰ ਮੰਨਿਆ ਇਹ ਜਾਂਦਾ ਹੈ ਜਸਮਿੰਦਰ ਜੀ ਕਿ ਜਿਹੜੇ ਡਾਕਟਰ ਹੁੰਦੇ ਆ ਉਹ ਕਈ ਮਤਲਬ ਮੈਜੋਰਿਟੀ ਆਫ ਜਿਹੜਾ ਵੀ ਉਹ ਨਾਸਤਿਕ ਮੰਨੇ ਜਾਂਦੇ ਵੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੇ ਹੁੰਦੇ ਤਾਂ ਕਿ ਸਾਇੰਸ ਨਾਲ ਉਹਨਾਂ ਦਾ ਜ਼ਿਆਦਾ ਵਾਬਸਤਾ ਹੁੰਦਾ। ਤੁਸੀਂ ਇੱਕ ਡਾਕਟਰ ਹੋ ਕੇ MBBS ਤੁਸੀਂ ਕੀਤੀ ਹੋਈ ਹੈ ਔਰ ਡਾਕਟਰ ਹੋ ਕੇ ਤੁਸੀਂ ਸਪਿਰਿਚੁਅਲਿਟੀ ਦੀਆਂ ਗੱਲਾਂ ਕਰ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਵੀ ਇਹਦੇ ਵਿੱਚ ਵਾਕਈ ਬਹੁਤ ਆਨੰਦ ਹੈ, ਆਨੰਦ ਦੀ ਅਵਸਥਾ ਹੈ। ਤਾਂ ਉਹ ਜਿਹੜੀ ਆਨੰਦ ਦੀ ਅਵਸਥਾ ਤੁਹਾਡੇ ਤੱਕ ਆਈ ਆ, ਤੁਹਾਨੂੰ ਪਹਿਲਾਂ ਏਦਾਂ ਨਹੀਂ ਲੱਗਿਆ ਵੀ ਸਾਰਾ ਕੁਝ ਢਕਵੰਜ ਕਰ ਰਿਹਾ ਵੀ ਇਹ ਕੀ ਹੈ? ਨਹੀਂ, ਐਕਚੁਅਲੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਜਿਹੜੇ ਅਸੀਂ ਡਾਕਟਰਸ ਹਾਂ ਨਾ, ਜਦੋਂ ਸਾਨੂੰ ਮੈਡੀਸਨ ਸ਼ੁਰੂ ਕਰਾਉਂਦੇ ਨੇ, ਫਾਰਮਾਕੋਲੋਜੀ ਇੱਕ ਸਬਜੈਕਟ ਹੈ, ਉਹਦੇ ਵਿੱਚ ਸਾਰੇ ਡਰੱਗਸ ਬਾਰੇ ਅਸੀਂ ਪਤਾ ਕਰਦੇ ਤੇ ਪ੍ਰਿਸਕ੍ਰਿਪਸ਼ਨ ਲਿਖਣੀ ਸਿਖਾਉਂਦੇ ਸਾਨੂੰ। ਉਹਦੇ ਵਿੱਚ ਨਾ ਜੇ ਤੁਸੀਂ ਨੋਟ ਕਰੋਗੇ ਤੇ RX ਲਿਖਿਆ ਹੁੰਦਾ ਹੈ। ਉਹਦਾ ਪਤਾ ਕੀ ਮਤਲਬ ਹੈ? ਉਹ ਹੈ I treat, he cures। ਅੱਛਾ। ਸੋ ਇਹ ਸਾਨੂੰ ਸਿਖਾਇਆ ਜਾਂਦਾ ਹੈ ਕਿ ਅਸੀਂ ਟ੍ਰੀਟਮੈਂਟ ਲਿਖ ਸਕਦੇ ਹਾਂ, ਅਸੀਂ ਟ੍ਰੀਟਮੈਂਟ ਦੇ ਆਰਡਰ ਦੇ ਸਕਦੇ ਹਾਂ, ਪਰ ਅਸਲੀ ਇਲਾਜ ਉਹ ਪਰਮਾਤਮਾ ਕਰਦਾ ਹੈ। ਔਰ ਮੈਂ ਤੁਹਾਨੂੰ ਹੱਡਬੀਤੀ ਸੁਣਾ ਸਕਦੀ ਹਾਂ। ਜਦੋਂ ਮੈਂ ਹਸਪੀਟਲ ਵਿੱਚ ਕੰਮ ਕਰਦੀ ਸੀਗੀ, ਮੇਰੇ ਅੱਖਾਂ ਦੇ ਸਾਹਮਣੇ ਕੋਈ ਮਰੀਜ਼ ਇਹੋ ਜਿਹਾ ਹੁੰਦਾ ਸੀ, ਲੱਗਦਾ ਸੀ ਕਿ ਇਹ ਨਹੀਂ ਬਚੇਗਾ। ਔਰ ਰਮਨ ਜੀ ਉਹ ਕਿੰਨੀ ਦੇਰ ਉਹ ਤੰਦਰੁਸਤ ਹੋ ਜਾਂਦਾ ਸੀ ਔਰ ਕੁਝ ਮਰੀਜ਼ ਏਦਾਂ ਲੱਗਦਾ ਸੀ ਕਿ ਇਹਨਾਂ ਨੂੰ ਤਾਂ ਕੁਝ ਹੋ ਨਹੀਂ ਸਕਦਾ, ਉਹ ਮਿੰਟਾਂ ਸਕਿੰਟਾਂ 'ਚ ਉਹਨਾਂ ਦੀ ਜ਼ਿੰਦਗੀ ਦਾ ਅੰਤ ਆ ਜਾਂਦਾ ਸੀ। ਸੋ ਡੈਫੀਨਿਟਲੀ ਡਾਕਟਰਸ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਟ੍ਰੀਟਮੈਂਟ ਦਿੰਦੇ ਆ, ਅਸਲੀ ਜਿਹੜਾ ਉਹ ਇਲਾਜ ਹੈ ਉਹ ਪਰਮਾਤਮਾ, ਉਹ ਜਿਹੜੀ ਸ਼ਕਤੀ ਹੈ ਉਹੀ ਹੈ ਉਹ ਜੋ ਠੀਕ ਕਰਦੀ ਹੈ। ਬਹੁਤ ਵਾਕਈ ਤੁਸੀਂ ਜਿਹੜੀ ਵੈਲਿਡ ਪੁਆਇੰਟ ਰੱਖਿਆ ਕਿ ਵੀ ਪਰਮਾਤਮਾ ਦੇ ਹੱਥ ਵਾਸੀ ਡੋਰ ਹੁੰਦੀ ਹੈ। ਔਰ ਜਿਹੜਾ RX ਵਾਲਾ ਜੋ ਅੱਜ ਤੁਸੀਂ ਫੰਡਾ ਸਮਝਾਇਆ, ਉਹ ਮਾਫ ਕਰਨਾ ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀ ਔਰ ਅੱਜ ਤੁਹਾਡੇ ਕਰਕੇ ਦਰਸ਼ਕਾਂ ਨੂੰ ਵੀ ਔਰ ਮੈਨੂੰ ਵੀ ਇਹਦੀ ਜਾਣਕਾਰੀ ਹੋ ਗਈ ਹੈ। ਸੋ ਆਓ ਹੁਣ ਥੋੜਾ ਜਿਹਾ ਅੱਗੇ ਵੱਲ ਨੂੰ ਵਧਦੇ ਹਾਂ। ਤੁਸੀਂ ਐਜ਼ ਏ ਟੀਚਰ ਜਦੋਂ ਤੁਸੀਂ ਲਿਵਿੰਗ ਆਫ ਆਰਟ ਸੰਸਥਾ ਦੇ ਨਾਲ, ਆਰਟ ਆਫ ਲਿਵਿੰਗ ਦੇ ਨਾਲ ਜੁੜੇ ਹੋਏ ਕਿ ਜ਼ਿੰਦਗੀ ਜਿਉਣ ਦੀ ਸੰਸਥਾ ਦੇ ਨਾਲ ਜੁੜੇ ਹੋਏ ਹਾਂ, ਕਿਵੇਂ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜਿਉਇਆ ਜਾਵੇ। ਬਿਲਕੁਲ। ਸੋ ਇਸ ਸੰਸਥਾ ਦਾ ਜੋ ਮਕਸਦ ਹੈ
ਉਹ ਨਾਮ ਤੋਂ ਪਤਾ ਲੱਗ ਰਿਹਾ ਅਸਲ ਦੇ ਵਿੱਚ। ਹਾਂਜੀ। ਹੋਰ ਵੀ ਕੋਈ ਇਹਨਾਂ ਦੇ ਕੁਝ ਪ੍ਰੋਗਰਾਮਸ ਹੁੰਦੇ ਨੇ ਜਾਂ ਕਿਸ ਤਰ੍ਹਾਂ ਦਾ ਵੀ ਮਤਲਬ ਕੱਲਾ ਮੈਡੀਟੇਸ਼ਨ ਕਰਵਾਉਣਾ ਜਾਂ ਇਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਕਰਵਾਉਂਦੇ ਨੇ ਸੰਸਥਾ ਦੇ ਵਿੱਚ? ਹਾਂਜੀ ਰਮਨ ਜੀ, ਬਹੁਤ ਅੱਛਾ ਸਵਾਲ ਪੁੱਛਿਆ। ਸਭ ਤੋਂ ਪਹਿਲਾਂ ਜਿਹੜੀ ਇਹ ਸੰਸਥਾ ਹੈ ਆਰਟ ਆਫ ਲਿਵਿੰਗ, ਇਹ ਗੈਰ ਸੰਸਕਾਰੀ ਸੰਸਥਾ ਹੈ ਜਿਹੜੀ ਕਿ ਦੁਨੀਆ ਭਰ ਦੇ 150 ਦੇਸ਼ਾਂ ਤੋਂ ਵੱਧ ਵਿੱਚ ਦਾ ਕੰਮ ਚੱਲ ਰਿਹਾ ਹੈ। ਔਰ ਇਹਦੇ ਸੰਸਥਾਪਕ ਨੇ ਸ਼੍ਰੀ ਰਵੀ ਸ਼ੰਕਰ ਜੀ, ਜੋ ਕਿ ਇੱਕ ਹਿਊਮੈਨਿਟੇਰੀਅਨ ਨੇ, ਗਲੋਬਲ ਪੀਸ ਐਂਬੈਸਡਰ ਨੇ, ਇੱਕ ਵਿਸ਼ਵ ਸ਼ਾਂਤੀ ਦੀ ਜੋ ਗੱਲ ਕਰਦੇ ਨੇ। ਤੇ ਜਿਹੜਾ ਮਿਸ਼ਨ ਹੈ ਉਹਨਾਂ ਦਾ ਉਹ ਹੈ ਕਿ ਹਰੇਕ ਚਿਹਰੇ ਤੇ ਇੱਕ ਮੁਸਕਰਾਹਟ ਲਿਆਉਣਾ। ਤੇ ਦੇਖੋ ਮੁਸਕਰਾਹਟ ਤਾਂ ਹੀ ਆ ਸਕਦੀ ਹੈ ਜੇ ਇੱਕ ਵਿਅਕਤੀ ਖੁਸ਼ ਹੈ ਤੇ ਉਹਦੇ ਆਸ-ਪਾਸ ਦਾ ਵਾਤਾਵਰਣ ਖੁਸ਼ ਹੈ। ਤੇ ਇਹਦੇ ਵਾਸਤੇ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਕੀ ਪ੍ਰੋਗਰਾਮ ਨੇ, ਕਿ ਇਹ ਕਿਸ ਤਰ੍ਹਾਂ ਉਹ ਚਿਹਰੇ ਤੇ ਮੁਸਕਰਾਹਟ ਆ ਸਕਦੀ ਹੈ, ਤੇ ਸਭ ਤੋਂ ਪਹਿਲਾਂ ਮੁਸਕਰਾਹਟ ਜਾਂਦੀ ਕਦੋਂ ਹੈ? ਜਦੋਂ ਵਿਅਕਤੀ ਦੀ ਕਦੋਂ ਮੁਸਕਰਾਹਟ ਚਲੀ ਜਾਂਦੀ ਹੈ? ਜਦੋਂ ਉਹਨੂੰ ਤਣਾਅ, ਜਿਹੜਾ ਅੱਜ ਕੱਲ੍ਹ ਸਟ੍ਰੈਸ ਕਹਿੰਦੇ ਆ ਨਾ, ਉਹ ਕਿਸ ਤਰ੍ਹਾਂ ਹੁੰਦਾ ਹੈ? ਜਾਂ ਤਾਂ ਉਹਦੇ ਸਰੀਰ ਦੇ ਵਿੱਚ ਕੋਈ ਤਕਲੀਫ ਹੈ, ਕੋਈ ਸਰੀਰਕ ਉਹਨੂੰ ਦੁੱਖ ਹੈ, ਕੋਈ ਬਿਮਾਰੀ ਹੈ ਨਾ, ਜਾਂ ਫਿਰ ਉਹਨੂੰ ਮਾਨਸਿਕ ਤੌਰ ਤੇ ਕੋਈ ਪਰੇਸ਼ਾਨੀ ਹੈ, ਕੋਈ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਝਟਕਾ ਲੱਗ ਗਿਆ, ਕੋਈ ਆਰਥਿਕ ਤੰਗੀ ਦਾ ਕਾਰਨ ਬਣ ਗਿਆ, ਕੋਈ ਫਾਈਨੈਂਸ਼ੀਅਲ ਲਾਸ ਹੋ ਗਿਆ, ਉਹਦੇ ਰਿਸ਼ਤਿਆਂ ਦੇ ਵਿੱਚ ਕੋਈ ਤਣਾਅ ਆ ਗਿਆ ਨਾ, ਕੋਈ ਰਿਲੇਸ਼ਨਸ਼ਿਪ ਇਸ਼ੂ ਹੋ ਗਿਆ, ਉਹ ਚਿਹਰੇ ਦੀ ਮੁਸਕਾਨ ਗਾਇਬ ਹੋ ਜਾਂਦੀ ਹੈ ਨਾ। ਜਾਂ ਫਿਰ ਦੇਖੋ ਅੱਜ ਕੱਲ ਤੁਸੀਂ ਇੰਨੇ ਲੋਕੀ ਪ੍ਰੋਜੈਕਟਸ ਦੀਆਂ ਡੈਡਲਾਈਨਸ ਹੁੰਦੀਆਂ, 24 ਘੰਟੇ ਸਾਰਿਆਂ ਦੇ ਕੋਲ ਹੈ, ਪਰ ਲੱਗਦਾ ਹੈ ਕਿ ਵੀ ਕਿੱਦਾਂ ਮੈਂ ਟਾਈਮ ਮੈਨੇਜ ਕਰਾਂ, ਮੈਂ ਆ ਵੀ ਕਰਨਾ, ਮੈਂ ਆ ਵੀ ਕਰਨਾ, ਤਾਂ ਵੀ ਉਹ ਮੁਸਕਾਨ ਜਿਹੜੀ ਹੈ ਉਹ ਚਿਹਰੇ ਦੀ ਚਲੀ ਜਾਂਦੀ ਹੈ। ਤੇ ਫਿਰ ਆਰਟ ਆਫ ਲਿਵਿੰਗ ਦੇ ਵਿੱਚ ਸਾਡੇ ਪ੍ਰੋਗਰਾਮ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ। ਸੋ 5 ਸਾਲ ਦਾ ਬੱਚਾ ਜਿਹੜਾ ਨਾ, ਮੇਰੀ ਬੇਟੀ 6 ਸਾਲ ਦੀ ਹੈ, ਤੇ 5 ਸਾਲ ਦਾ ਬੱਚੇ ਨੂੰ ਇੱਕ ਇੰਟਿਊਸ਼ਨ ਪ੍ਰੋਸੈਸ ਹੁੰਦਾ ਹੈ ਜੋ ਕਿ ਬਹੁਤ ਹੀ ਪਿਆਰਾ ਪ੍ਰੋਸੈਸ ਹੈ। ਉਹਦੇ ਵਿੱਚ ਇਹ ਹੈ ਕਿ ਜਿਹੜੀ ਬੱਚਾ ਹੈ ਉਹਦੀ ਮਾਨਸਿਕ ਅਵਸਥਾ ਇੱਕ ਸਾਫ਼ ਸਲੇਟ ਵਾਂਗ ਹੈ, ਉਹਨੇ ਜ਼ਿੰਦਗੀ 'ਚ ਅਜੇ ਕੁਝ ਨਹੀਂ ਦੇਖਿਆ। ਉਹ ਜਦੋਂ ਉਸ ਧਿਆਨ ਦੀ ਅਵਸਥਾ 'ਚ ਬੈਠਦਾ ਹੈ, ਉਹ ਆਪਣੀ ਅੰਦਰਲੀ ਤਾਕਤ ਨੂੰ ਬਹੁਤ ਛੇਤੀ ਉਜਾਗਰ ਕਰ ਸਕਦਾ ਹੈ। ਉਹਨਾਂ ਦੇ ਜਿਹੜੇ ਬੱਚਿਆਂ ਨੇ ਉਹ ਇੰਟਿਊਸ਼ਨ ਪ੍ਰੋਸੈਸ ਕੀਤਾ ਹੈ, 5 ਸਾਲ ਤੋਂ 17 ਸਾਲ ਦੇ ਬੱਚਿਆਂ, ਤੁਸੀਂ ਉਹਨਾਂ ਦੇ ਐਕੈਡਮਿਕ ਗ੍ਰੇਡਸ ਦੇਖੋਗੇ, ਆਪਣੀ ਪੜ੍ਹਾਈ 'ਚ ਬਹੁਤ ਵਧੀਆ ਕਰਦੇ ਨੇ, ਅੱਖਾਂ ਬੰਦ ਕਰਕੇ ਵੀ ਪੜ੍ਹ ਸਕਦੇ ਨੇ। ਮਤਲਬ ਦਿਸ ਇਜ਼ ਸਮਥਿੰਗ ਵੈਰੀ ਪਾਵਰਫੁਲ ਨਾ। ਫਿਰ 8 ਸਾਲ ਤੋਂ ਲੈ ਕੇ 12 ਸਾਲ ਦੇ ਬੱਚਿਆਂ ਵਾਸਤੇ ਆਰਟ ਐਕਸਲ ਪ੍ਰੋਗਰਾਮ ਹੈ, ਆਲ ਰਾਊਂਡ ਟ੍ਰੇਨਿੰਗ ਇਨ ਐਕਸੀਲੈਂਸ। ਪਤਾ ਆਪਾਂ ਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਕਾਹਦਾ ਸਟ੍ਰੈਸ ਹੈ, ਪਰ ਤੁਸੀਂ, ਮੈਂ ਤੁਹਾਨੂੰ ਦੱਸਾਂ, ਮੇਰੀ 6 ਸਾਲ ਦੀ ਬੇਟੀ ਹੈ ਨਾ, ਜੇ ਘਰ ਦੇ ਵਿੱਚ ਕੋਈ ਉੱਚਾ ਬੋਲੇ ਨਾ, ਉਹ ਸਹਿਮ ਜਾਂਦੀ ਹੈ। ਤੇ ਸਾਨੂੰ ਮਹਿਸੂਸ ਨਹੀਂ ਹੁੰਦਾ, ਪਰ ਬੱਚੇ ਇੱਕ ਚੀਜ਼ ਨੋਟਿਸ ਕਰਦੇ ਕਿ ਵੱਡੇ ਕੀ ਕਰ ਰਹੇ ਨੇ, ਉਹਨਾਂ ਦੇ ਦਿਮਾਗ ਤੇ ਇਹ ਚੀਜ਼ਾਂ ਦਾ ਅਸਰ ਹੁੰਦਾ ਹੈ। ਤੇ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਯੋਗ ਕਿਰਿਆ ਸਿਖਾਈ ਜਾਂਦੀ ਹੈ, ਬੱਚਿਆਂ ਦੀ ਸੁਦਰਸ਼ਨ ਕਿਰਿਆ ਹੁੰਦੀ ਹੈ। ਫਿਰ ਉਹਨਾਂ ਨੂੰ ਗੇਮਸ ਦੇ ਰਾਹੀਂ ਬੜੇ ਹਲਕੇ ਫੁਲਕੇ ਤਰੀਕੇ ਦੇ ਨਾਲ ਨਾ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਕਿੱਦਾਂ ਆਪਣੇ ਜ਼ਿੰਦਗੀ ਦੇ ਵਿੱਚ ਸੰਸਕਾਰ ਜਿਹੜੇ ਨੇ ਉਹ ਵਧੀਆ ਕਰਨੇ ਨੇ, ਉਹਨਾਂ ਨੂੰ ਫੋਕਸ ਉਹਨਾਂ ਦਾ ਪੜ੍ਹਾਈ 'ਚ ਕਿੱਦਾਂ ਬਣੇ। ਇਦਾਂ ਹੀ ਇਸ ਤੋਂ ਬਾਅਦ ਅੱਗੇ ਆਉਣੇ ਆ ਯੈਸ ਪ੍ਰੋਗਰਾਮ। ਉਹ ਹੁੰਦਾ 13 ਤੋਂ 17 ਸਾਲ ਦੇ ਬੱਚੇ, ਉਹਨੂੰ ਆਪਾਂ ਕਹਿੰਦੇ ਆ ਯੂਥ ਐਮਪਾਵਰਮੈਂਟ ਸੈਮੀਨਾਰ। ਤੇ ਰਮਨ ਜੀ, ਜਿਹੜੇ ਟੀਨੇਜਰਸ ਹੁੰਦੇ ਆ ਨਾ, ਉਹ ਜਿਹੜੀ ਸਮਾਂ ਹੈ ਨਾ ਜ਼ਿੰਦਗੀ ਦਾ, ਉਹ ਬੜੇ ਕਨਫਿਊਜ਼ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਸਰੀਰਕ ਵਿਕਾਸ ਵੀ ਹੋ ਰਿਹਾ ਹੈ, ਮਾਨਸਿਕ ਵਿਕਾਸ ਵੀ ਹੋ ਰਿਹਾ ਹੈ। ਉਹ ਨਾ ਉਹ ਬੱਚੇ ਹੁੰਦੇ ਆ, ਨਾ ਉਹ ਵੱਡੇ ਹੁੰਦੇ ਆ, ਤੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ, ਪੀਅਰ ਪ੍ਰੈਸ਼ਰ ਹੁੰਦਾ ਹੈ ਕਿ ਆਹ ਦੇਖ ਲਈਏ ਟਰਾਈ ਕਰਕੇ, ਆਹ ਦੇਖ ਲਈਏ ਟਰਾਈ ਕਰਕੇ, એનર્ਜੀ ਬਹੁਤ ਹੁੰਦੀ ਹੈ, ਊਰਜਾ ਬਹੁਤ ਹੁੰਦੀ ਹੈ। ਤਾਂ ਇਸ ਉਮਰ ਨੂੰ ਸਹੀ ਡਾਇਰੈਕਸ਼ਨ ਮਿਲ ਜਾਏ ਨਾ, ਤੇ ਇੱਕ ਨੀਂਵ ਜਿਹੜੀ ਹੈ ਨਾ, ਫਾਊਂਡੇਸ਼ਨ ਵਧੀਆ ਇੱਕ ਵਿਅਕਤੀ ਦੀ ਬਣ ਜਾਂਦੀ ਹੈ। ਔਰ ਉਹਦੇ ਵਿੱਚ ਟੀਨੇਜਰਸ ਨੂੰ ਸਿਖਾਇਆ ਜਾਂਦਾ ਹੈ ਕਿ ਕਿੱਦਾਂ ਯੋਗਾ ਦੇ ਨਾਲ, ਸੁਦਰਸ਼ਨ ਕਿਰਿਆ ਦੇ ਨਾਲ, ਫਿਰ ਗੇਮਸ ਦੇ ਨਾਲ ਅੰਦਰਲੀ ਸ਼ਕਤੀ ਨੂੰ ਤੁਸੀਂ ਅਬਜ਼ੌਰਬ ਕਰਕੇ ਕਿੱਦਾਂ ਫੋਕਸ ਰੱਖ ਸਕਦੇ ਹੋ, ਇੰਜੋਏ ਵੀ ਕਰ ਸਕਦੇ ਹੋ ਲਾਈਫ ਨੂੰ, ਹਰ ਪੜਾਵ ਦੇ ਵਿੱਚ ਤੁਸੀਂ ਅੱਗੇ ਵੱਧ ਸਕਦੇ ਹੋ। ਜੀ, ਸੋ 905 790 9099 ਸਟੂਡੀਓ ਦਾ ਨੰਬਰ ਹੈ, ਤੁਸੀਂ ਕਾਲ ਕਰਕੇ ਆਪਣੇ ਸਵਾਲ ਰੱਖ ਸਕਦੇ ਹੋ ਔਰ ਤੁਸੀਂ ਪੁੱਛ ਸਕਦੇ ਹੋ। ਜਿਹੜੇ ਸਾਡੇ ਕੋਲ ਮੈਡਮ ਅੱਜ ਪਹੁੰਚੇ ਨੇ, ਉਹਨਾਂ ਤੋਂ ਸਵਾਲ ਪੁੱਛ ਸਕਦੇ ਹੋ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਸਟ੍ਰੈਸ ਹੈ, ਤਣਾਅ ਹੈ, ਉਹਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਮੈਡੀਟੇਸ਼ਨ ਦੇ ਜ਼ਰੀਏ। ਜਿਵੇਂ ਤੁਸੀਂ ਗੱਲਾਂ ਦੇ ਵਿੱਚ ਸੁਣਿਆ, ਉਹਨਾਂ ਨੇ ਉਹ ਦੱਸ ਰਹੇ ਨੇ ਕਿ 5 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਅਵਸਥਾ ਤੱਕ ਵੀ ਮੈਡੀਟੇਸ਼ਨ ਕਰ ਸਕਦੇ ਔਰ ਮੈਡੀਟੇਸ਼ਨ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਅਸੀਂ ਬਾਹਰਲੀਆਂ ਸ਼ਕਤੀਆਂ, ਬਾਹਰਲੀਆਂ ਜਿਹੜੀਆਂ ਮਟੀਰੀਅਲਿਸਟਿਕ ਚੀਜ਼ਾਂ ਤੋਂ
ਜਦੋਂ ਅਸੀਂ ਅੱਕ ਜਾਂਦੇ ਆ, ਥੱਕ ਜਾਂਦੇ ਆ, ਤਾਂ ਅਸੀਂ ਅੰਦਰ ਆਪਣੇ ਝਾਤ ਮਾਰਨੀ ਹੁੰਦੀ ਆ। ਉਸੇ ਝਾਤ ਨੂੰ ਮਾਰਨ ਨੂੰ ਹੀ ਮੈਡੀਟੇਸ਼ਨ ਕਹਿੰਦੇ ਆ। ਸੋ ਉਹੀ ਗੱਲਬਾਤ ਕਰ ਰਹੇ ਆ। 905 790 9099 ਸਟੂਡੀਓ ਦੇ ਨੰਬਰ ਤੇ ਤੁਸੀਂ ਸਵਾਲ ਕਰ ਸਕਦੇ ਹੋ। ਸੋ ਸੁਦਰਸ਼ਨ ਚੱਕਰ ਦਾ ਤੁਸੀਂ ਵਾਰ-ਵਾਰ ਜ਼ਿਕਰ ਕਰ ਸੁਦਰਸ਼ਨ ਕਿਰਿਆ ਹਾਂਜੀ ਜਦੋਂ ਕਿਉਂ ਕੁਝ ਟਰਮਸ ਹੁੰਦੀਆਂ ਜਦੋਂ ਆਪਾਂ ਰਾਮਾਇਣ ਜਾਂ ਮਹਾਭਾਰਤ ਦੇਖਦੇ ਸੀ ਨਾ, ਸੁਦਰਸ਼ਨ ਚੱਕਰ ਦੀ ਗੱਲ ਚੱਲਦੀ ਸੀ। ਔਰ ਉਹ ਬਿਲਕੁਲ ਸਹੀ ਹੈ। ਜਿੱਦਾਂ ਸੁਦਰਸ਼ਨ ਚੱਕਰ, ਉਹ ਚੱਕਰ ਵੀ ਉਹਨੂੰ ਤੋੜ ਦਿੰਦਾ ਨਾ, ਇਦਾਂ ਹੀ ਸੁਦਰਸ਼ਨ ਕਿਰਿਆ ਵੀ ਅੰਦਰਲੇ ਕਈ ਚੱਕਰ ਨੂੰ ਜਿਹੜੇ ਕਿ ਸਾਨੂੰ ਕਨਫਿਊਜ਼ ਕਰਦੇ, ਉਹ ਚੱਕਰ ਸਾਨੂੰ ਕਲੀਅਰ ਕਰ ਦਿੰਦੇ ਨੇ। ਤਾਂ ਇਹਦਾ ਮਤਲਬ ਮੈਂ ਸੁਦਰਸ਼ਨ ਚੱਕਰ ਠੀਕ ਹੀ ਕਿਹਾ। ਕੋਈ ਵੀ ਸੁਦਰਸ਼ਨ ਚੱਕਰ ਵੀ ਕਿਰਿਆ ਕਰਦਾ ਹੈ, ਇਹਦੀ ਕਿਰਿਆ ਹੀ ਇੱਕ ਕਿਸਮ ਦੀ, ਤਾਂ ਕਿ ਅੰਦਰਲੀ ਜਿਹੜੀ ਸਟ੍ਰੈਸ ਨੂੰ ਤੋੜ ਸਕੇ। ਬਿਲਕੁਲ ਸੋ ਜਿਹੜੀ ਤੁਸੀਂ ਕਿਰਿਆ ਦੀ, ਸੁਦਰਸ਼ਨ ਕਿਰਿਆ ਦੀ ਵਾਰ-ਵਾਰ ਜ਼ਿਕਰ ਕਰ ਰਹੇ ਹੋ, ਚਰਚਾ ਕਰ ਰਹੇ ਹੋ, ਅਸਲ ਦੇ ਵਿੱਚ ਹੈ ਕੀ ਹੈ ਇਹ? ਔਰ ਮੈਨੂੰ ਥੋੜਾ ਜਿਹਾ ਖੋਲ ਕੇ ਸਮਝਾਓ ਔਰ ਦਰਸ਼ਕਾਂ ਨੂੰ ਵੀ ਪਤਾ ਲੱਗੇ। ਔਰ ਇਸ ਕਿਰਿਆ ਦੇ ਨਾਲ ਜਿਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਆਈ ਹੈ ਬਹੁਤ ਜ਼ਿਆਦਾ, ਜਿਵੇਂ ਕਹਿੰਦੇ ਹੈ ਨਾ ਵੀ ਇੱਕ ਬਹੁਤ ਵੱਡਾ ਬਦਲਾਅ ਆਇਆ ਹੈ ਨਾ, ਤਾਂ ਉਹ ਦਰਸ਼ਕਾਂ ਨੂੰ ਵੀ ਦੱਸੋ ਵੀ ਕਿਸ ਤਰ੍ਹਾਂ ਦਾ ਬਦਲਾਅ ਸੀ ਔਰ ਕਿਵੇਂ ਇਹ ਕਿਰਿਆ ਕੀਤੀ ਜਾਂਦੀ ਹੈ। ਬਿਲਕੁਲ ਰਮਨ ਜੀ, ਸਭ ਤੋਂ ਪਹਿਲਾਂ ਤਾਂ ਸੁਦਰਸ਼ਨ ਕਿਰਿਆ ਹੈ ਕੀ? ਸੁਦਰਸ਼ਨ ਕਿਰਿਆ, ਸੂ ਦਾ ਮਤਲਬ ਹੈ ਕਿ ਸਾਫ਼, ਦਰਸ਼ਨ ਹੈ, ਦਰਸ਼ਨ ਆਪਾਂ ਪੰਜਾਬੀ ਦਾ ਸ਼ਬਦ ਹੈ, ਵਿਜ਼ਨ ਇੰਗਲਿਸ਼ ਚ ਕਹਿੰਦੇ ਆ ਸੁਦਰਸ਼ਨ। क्रिया है कोई भी काम करना ਜਿਹਦੇ ਨਾਲ ਉਹ ਸਾਨੂੰ ਤਾਂ ਸਾਵਾਂ ਦੀ ਉਹ क्रिया ਜਿਹਦੇ ਨਾਲ ਅਸੀਂ ਆਪਣੇ ਅੰਦਰ ਦੇ ਦਰਸ਼ਨ ਕਰ ਸਕਦੇ ਹਾਂ, ਆਪਣੇ ਸੈਲਫ ਦੇ ਅੰਦਰ ਦਰਸ਼ਨ ਕਰ ਸਕਦੇ ਹਾਂ। ਔਰ ਕਿਉਂ ਆਪਾਂ ਸਾਹ ਦੀ क्रिया, ਸਾਹ ਦੀ ਕੀ ਜ਼ਰੂਰਤ ਹੈ, ਸਾਹ ਦੀ ਕੀ ਇੰਪੋਰਟੈਂਸ ਹੈ? ਤਾਂ ਯੂ نو ਜੇ ਮੈਂ ਪੁੱਛਾਂ ਕਿ ਜਦੋਂ ਸਾਨੂੰ, ਜੇ ਤੁਸੀਂ ਕਦੀ ਨੋਟ ਕੀਤਾ ਹੈ ਕਿ ਜਦੋਂ ਅਸੀਂ ਗੁੱਸੇ ਚ ਹੁੰਨੇ ਆ ਤੇ ਸਾਹ ਕਿੱਦਾਂ ਦਾ ਚੱਲਦਾ ਆਪਣਾ? ਬੜਾ ਤੇਜ਼ ਹੋ ਜਾਂਦਾ, ਬੜਾ ਤੇਜ਼ ਸਾਹ ਚੱਲਦਾ ਹੈ। ਤੇ ਜਦੋਂ ਅਸੀਂ ਖੁਸ਼ ਹੁੰਨੇ ਆ ਤੇ ਉਦੋਂ ਸਾਹ ਕਿੱਦਾਂ ਦਾ ਚੱਲਦਾ ਹੈ? ਬੜਾ ਹਲਕਾ ਫੁਲਕਾ, ਬੜਾ ਹਲਕਾ ਫੁਲਕਾ। ਤੇ ਜੇ ਕੋਈ ਬਿਮਾਰ ਹੈ, ਖੁਦਾ ਨਾ ਕਰੇ, ਜਾਂ ਕੋਈ ਬਹੁਤ ਉਦਾਸ ਹੈ, ਉਹਦਾ ਸਾਹ ਕਿੱਦਾਂ ਦਾ ਹੁੰਦਾ ਹੈ? ਬੜਾ ਏਦਾਂ ਹੈ ਨਾ, ਲੰਮਾ ਹੌਕਾ ਭਰਦਾ ਉਹ ਬੰਦਾ, ਹੈ ਨਾ, ਹੌਕਾ ਕਹਿੰਦੇ ਆਪਾਂ। तो जो साडे मन की व्यवस्था हैगी है ना, जे असी खुश हाँ जां असी उदास हाँ जां असी गुस्से च हाँ, उदां दी साडी साह जिहड़े आ चलदे है। पर असी नोट नहीं करते क्योंकि ये साह जिहड़े ना सानू परमात्मा वालों मिले ने और असी परवाह नहीं करते, जिहड़ी चीज़ उदां मिल जाती है ना। ते कदों सानू याद आंदा कि असी साह लै रहे जदों असी दौड़दे हां या फिर असी पौड़ियां चढ़दे हां, भी हफदे हां ते कहंदे हां भी हां साह चढ़ गया, साह चढ़ गया। जिद्दां दी मन दी व्यवस्था है उदां दा ही साह दी रिदम है, एंड वाइसा वर्सा है। रिसर्च हुई है कि मन नू उदां कंट्रोल करना बहुत मुश्किल है, मन नू मैनेज करना बड़ा मुश्किल है, पर साह दे नाल असी मन नू काबू कर सकते हैं। किस तरह? आपां पंजाब तुसीं पतंग उड़ाई होनी है, अपने कई दर्शकों ने पतंग उड़ाई ना, मैं भी 2-4 बारी ट्राई कीती है। ते जिहड़ी पतंग है ना, ਉਹ ਮਨ ਹੈ ਆਪਣਾ। ਠੀਕ ਹੈ। ਪਤੰਗ ਨੂੰ ਉੱਪਰ ਚੜਾਉਣ ਦੇ ਲਈ ਆਪਾਂ ਨੂੰ ਕੀ ਕਰਨਾ ਪੈਂਦਾ? ਡੋਰ ਖਿੱਚਣੀ ਪੈਂਦੀ ਹੈ, ਡੋਰ ਨੂੰ ਸਹੀ ਤਰੀਕੇ ਦੇ ਨਾਲ ਆਪਾਂ ਨੂੰ ਕਰਨਾ ਪੈਂਦਾ ਹੈ ਨਾ। ਜਿਹੜੀ ਉਹ ਡੋਰ ਹੈ ਨਾ, ਉਹ ਸਾਹ ਹੈ, ਤੇ ਸਾਹ ਦੇ ਨਾਲ ਅਸੀਂ ਆਪਣੇ ਮਨ ਨੂੰ ਮੈਨੇਜ ਕਰ ਸਕਦੇ ਹਾਂ। ਸੋ ਬਹੁਤ ਵੱਡਾ ਕਨੈਕਸ਼ਨ ਹੈ ਸਾਹ ਦਾ ਤੇ ਮਨ ਦਾ। ਤੇ 90% ਜਿਹੜੇ ਸਾਡੇ ਅੰਦਰ ਕੀ ਟੌਕਸਿਨਸ ਨੇ ਨਾ, ਉਹ ਅਸੀਂ ਸਾਹ ਰਾਹੀਂ ਬਾਹਰ ਸੁੱਟਦੇ ਹਾਂ, ਤੇ 90% ਸਾਨੂੰ ਆਕਸੀਜਨ ਸਾਹ ਨਾਲ ਜਿਹੜੀ ਉਹ ਮਿਲਦੀ ਹੈ। ਤਾਂ ਸੁਦਰਸ਼ਨ ਕਿਰਿਆ ਜਿਹੜੀ ਆਪਾਂ ਜਦੋਂ ਸਿੱਖਦੇ ਹਾਂ, ਇਹ ਜਿਹੜੀ ਕਿਰਿਆ ਹੈ ਨਾ, ਉਹ 3 ਦਿਨ ਦਾ ਸਾਡਾ ਪ੍ਰੋਗਰਾਮ ਹੁੰਦਾ ਹੈ, ਹੈਪੀਨੈਸ ਪ੍ਰੋਗਰਾਮ। ਉਹਦੇ ਵਿੱਚ ਅਸੀਂ ਇਹ ਜਦੋਂ ਆਉਂਦੇ ਆ ਤੇ ਸਾਡੀ ਪੂਰੀ ਅੰਦਰ ਕਲੈਂਜ਼ਿੰਗ ਹੁੰਦੀ ਹੈ, ਕਈ ਪ੍ਰੋਸੈਸਸ ਹੁੰਦੇ ਨੇ, 3-3 ਘੰਟੇ ਦਾ ਰੋਜ਼ ਪ੍ਰੋਗਰਾਮ ਹੈ। ਉਹਦੇ ਵਿੱਚ ਸੁਦਰਸ਼ਨ ਕਿਰਿਆ ਸਿਖਾਈ ਜਾਂਦੀ ਹੈ। ਤੇ ਫਿਰ ਕਿਉਂਕਿ ਉਹ ਤੁਹਾਡੀ ਜਿਹੜੀ ਸਾਹ ਦੀ ਰਿਦਮ ਹੈ ਸੈੱਟ ਕਰਕੇ, ਫਿਰ ਉਹ 20 ਮਿੰਟ ਦੀ 25 ਮਿੰਟ ਦੀ ਐਕਸਰਸਾਈਜ਼ ਹੁੰਦੀ ਹੈ, ਤੁਸੀਂ ਰੋਜ਼ ਕਰਨੀ ਹੈ। ਉਹਦੇ ਨਾਲ ਤੁਸੀਂ ਜਦੋਂ ਰੋਜ਼ ਪ੍ਰੈਕਟਿਸ ਕਰੋਗੇ, ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਜਿਹੜੇ ਮਨ ਸ਼ਾਂਤ ਹੋ ਰਿਹਾ, ਔਰ ਸਰੀਰਕ ਤੌਰ ਤੇ ਮੈਡੀਕਲੀ ਨਾ ਐਜ਼ ਅ ਡਾਕਟਰ ਮੈਂ ਤੁਹਾਨੂੰ ਦੱਸ ਸਕਦੀ ਹਾਂ, ਬਹੁਤ ਰਿਸਰਚ ਹੋਈ ਹੈ। 70 ਤੋਂ ਵੱਧ ਸਟੱਡੀਜ਼, ਜਿਹੜੀਆਂ ਰਿਸਰਚ ਸਟੱਡੀਜ਼ ਪਬਲਿਸ਼ ਹੋਈਆਂ ਨੇ, ਕਿ ਜਿਹੜੇ ਰੈਗੂਲਰ ਸੁਦਰਸ਼ਨ ਕਿਰਿਆ ਕਰਦੇ ਨੇ, ਨਿਯਮਿਤ ਰੂਪ ਦੇ ਨਾਲ ਰੋਜ਼ ਅਭਿਆਸ ਕਰਦੇ ਨੇ ਸੁਦਰਸ਼ਨ ਕਿਰਿਆ ਦਾ, ਉਹਨਾਂ ਦਾ ਜਿਹੜਾ ਕੋਲੇਸਟ੍ਰੋਲ ਲੈਵਲ ਹੈ ਉਹ ਘਟਦਾ ਹੈ।
ਇੱਕ ਸਟ੍ਰੈਸ ਹਾਰਮੋਨ ਹੁੰਦਾ ਹੈ ਕੋਰਟੀਸੋਲ, ਉਹ ਘਟਦਾ ਹੈ। ਫਿਰ ਬਲੱਡ ਲੈਕਟੇਟ ਲੈਵਲ ਹੈ, ਜਿਹੜੇ ਸਾਇੰਸ ਪੜ੍ਹਦੇ ਨੇ ਡਾਕਟਰ ਨੇ ਉਹ ਕਰ ਸਕਦੇ ਨੇ, ਉਹ ਘਟਦਾ ਹੈ। ਉਹਦੇ ਨਾਲ ਕੀ ਹੁੰਦਾ, ਜਿਨ੍ਹਾਂ ਨੂੰ ਤੁਸੀਂ ਦੇਖਿਓ ਕਿ ਘਬਰਾਹਟ ਦੇ ਅਟੈਕ ਹੁੰਦੇ ਆ, ਹੈਨਾ, ਨੀਂਦ ਨਹੀਂ ਆਉਂਦੀ, ਐਂਗਜ਼ਾਇਟੀ ਹੋ ਗਈ, ਜਦੋਂ ਰੈਗੂਲਰ ਨਿਯਮਿਤ ਅਭਿਆਸ ਕਰਨ ਦੇ ਨਾਲ ਸੁਦਰਸ਼ਨ ਕਿਰਿਆ ਦਾ, ਤਾਂ ਇਹ ਤੁਸੀਂ ਉਹ ਮਹਿਸੂਸ ਕਰਨਗੇ ਕਿ ਨੀਂਦ ਅੱਛੀ ਆਉਣੀ ਸ਼ੁਰੂ ਹੋ ਜਾਂਦੀ ਹੈ, ਘਬਰਾਹਟ ਨਹੀਂ ਹੁੰਦੀ ਹੈ, ਔਰ ਮਨ ਸ਼ਾਂਤ ਰਹਿੰਦਾ ਹੈ। ਤਾਂ ਫਿਰ ਜਿਹੜਾ ਮਨ ਇੱਧਰ ਉੱਧਰ ਦੌੜਦਾ ਹੈ ਜੀ, ਉਹ ਇਕਾਗਰ ਹੋ ਕੇ ਜਿਹੜਾ ਕੰਮ ਹੱਥ ਸਾਹਮਣੇ ਹੈ, ਤੁਸੀਂ ਉਹਦੇ ਵਿੱਚ ਜੋ ਵੀ ਹੱਥ ਪਾਓਗੇ ਤੁਹਾਨੂੰ ਉਹਦੇ 'ਚ ਅੱਛੇ ਰਿਜ਼ਲਟ ਮਿਲਦੇ। ਮਤਲਬ ਭਟਕਣਾ ਨਹੀਂ ਲੱਗਦੀ, ਭਟਕਣਾ ਨਹੀਂ ਲੱਗਦੀ। ਸੋ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਆਪਾਂ ਬਹੁਤ ਸਾਰੇ ਹੋਰ ਵੀ ਸਵਾਲ ਤੁਹਾਨੂੰ ਪੁੱਛਣੇ ਨੇ, ਉਹਦੇ ਬਾਰੇ ਦਰਸ਼ਕਾਂ ਨੂੰ ਵੀ ਕਿਉਰਿਓਸਿਟੀ ਹੈ ਤਾਂ ਕਿ ਪਤਾ ਲੱਗੇ ਵੀ ਅਸਲ ਦੇ ਵਿੱਚ ਮੈਡੀਟੇਸ਼ਨ ਹੁੰਦਾ ਕੀ ਹੈ। ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਆ ਦੋਸਤੋ। ਇਉਂ ਗਏ ਇਉਂ ਆਏ, ਔਰ ਤੁਸੀਂ ਆਪਣਾ ਟੀਵੀ ਚੈਨਲ ਨਾ ਬਦਲਿਓ, ਨਾਲ ਦੀ ਨਾਲ ਤੁਸੀਂ ਮੈਡੀਟੇਸ਼ਨ ਦੇ ਜਿਹੜੇ ਹੋਰ ਬਹੁਤ ਬੇਸਿਕ ਜਿਹੜੇ ਫੰਡੇ ਨੇ ਉਹਨਾਂ ਉੱਪਰ ਵੀ ਜਸਵਿੰਦਰ ਜੀ ਚਾਨਣਾ ਪਾਉਣਗੇ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ੈ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग ਨੂੰ 2042920177 ਤੇ। ਸੁਖਬੀਰ ਦੇ ਪੈਸਿਆਂ ਵਾਲੇ ਟਰੱਕ ਕਿ ਕੈਪਟਨ ਦੀ ਸੱਚੀਆਂ ਕਿਤੇ ਪੱਕ ਠੱਕ, ਕਿੱਥੇ ਪਏ ਨੇ ਮੋਦੀ ਦੇ 15 ਲੱਖ। ਪੱਪੂ ਹੋਏਗਾ ਪਾਸ ਜਾਂ ਫਿਰ ਕਟੇਗੀ ਨੱਕ। ਸੰਗਰੂਰ ਵਾਲਾ ਮਾਨ ਤੇ ਠੋਕੋ ਤਾਲੀ ਵਾਲਾ ਸਿੱਧੂ ਕਿਵੇਂ ਤੋੜਦੇ ਨੇ ਵਿਰੋਧੀਆਂ ਦੇ ਲੱਕ। ਗਾਇਕਾਂ ਦੇ ਊਟ ਪਟਾਂਗ ਗੀਤਾਂ ਦੇ ਅਸਲ ਮਾਇਨੇ ਕਾਨੂੰਨ ਦੇ ਰਖਵਾਲਿਆਂ ਤੇ ਲੀਡਰਾਂ ਨੇ ਕਿੱਥੇ, ਕਿਉਂ ਤੇ ਕਿਵੇਂ ਖਿਲਾਰੀ ਖੱਪ। ਸਮਾਜ 'ਚ ਵਾਪਰਦੇ ਹਰ ਮਸਲੇ ਦੀ ਉਧੇੜਾਂਗੇ ਪਰਤ ਤੇ ਕਰਾਂਗੇ ਟੀਕਾ ਟਿੱਪਣੀ ਆਪਣੇ ਉਲਟ ਪੁਲਟ ਨਜ਼ਰੀਏ ਦੇ ਨਾਲ। ਸਾਡੇ ਖਾਸ ਪ੍ਰੋਗਰਾਮ ਉਲਟ ਪੁਲਟ 'ਚ ਦੇਖਣਾ ਨਾ ਭੁੱਲਣਾ ਮੰਡੇ ਟੂ ਫਰਾਈਡੇ ਰਾਤੀ 10 ਵਜੇ ਓਨਲੀ ਔਨ ਵਿਜ਼ਨ ਪੰਜਾਬ ਟੀਵੀ। इंडियन कज़ीन ਦਾ ਸਵਾਦ ਹੁਣ ਕੈਨੇਡਾ 'ਚ। ਜੀ ਹਾਂ, ਇੰਡੀਅਨ ਕਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਅਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਕਲੇ ਅਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 ਲੋਕੇਸ਼ਨਸ। For memorable food and exceptional value, you can contact us at, you can also mail us at ਸਿਆਸਤ ਹੋਵੇ ਜਾਂ ਧਰਮ, ਪੰਜਾਬ ਵਾਸੀਆਂ ਮੁਤਾਬਕ ਉਜਾੜਾ ਹੋਣ ਜਾ ਰਿਹਾ। ਮੁੱਦਾ ਉਹ ਜੋ ਹੋਵੇ ਸਰਗਰਮ। ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਕਬਜ਼ੇ ਹੇਠ ਲੈ ਲਈਆਂ ਨੇ। ਸਿਆਸੀ ਲੀਡਰਾਂ ਦੇ ਵਾਅਦਿਆਂ ਦਾ ਕੀ ਹੈ ਸੱਚ? ਇਹ ਜੋ ਨਸ਼ਿਆਂ ਦਾ ਕੰਮ ਹੈ, ਜੋ ਆਮ ਆਦਮੀ ਕਹਿੰਦੇ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਉਹਦੇ ਲੱਕ ਤੋੜ ਕੇ ਛੱਡੂ। ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦਾ ਵੀ ਜਾਣਾਂਗੇ ਪੱਖ। ਆਵਾਮ ਨਾਲ ਜੁੜੇ ਹਰ ਮਸਲੇ ਦੀ ਕਰਾਂਗੇ ਕੋ। ਆਖਿਰ ਕੈਪਟਨ ਨੂੰ ਆਪਣੇ ਬਿਆਨ ਤੋਂ ਮੁੜਨਾ ਕਿਉਂ ਪਿਆ? ਸਾਡੀ ਖਾਸ ਪੇਸ਼ਕਸ਼ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ ਓਨਲੀ ਔਨ ਵਿਜ਼ਨ ਪੰਜਾਬ ਟੀਵੀ।
ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਵਿਜ਼ਨ ਪ੍ਰਾਈਮ ਟਾਈਮ ਸ਼ੋ। ਔਰ ਬ੍ਰੇਕ ਤੋਂ ਪਹਿਲਾਂ ਅਸੀਂ ਜਸਮਿੰਦਰ ਜੀ ਤੋਂ ਜਾਣਿਆ ਕਿ ਵੀ ਜਿਹੜੀ ਜ਼ਿੰਦਗੀ ਦੇ ਵਿੱਚ ਜੋ ਤਣਾਅ ਹੈ, ਸਟ੍ਰੈਸ ਹੈ, ਉਹਨੂੰ ਕਿਵੇਂ ਅਸੀਂ ਦੂਰ ਕਰ ਸਕਦੇ ਹਾਂ ਔਰ ਕਿਹੜੀਆਂ ਚੀਜ਼ਾਂ, ਕਿਹੜੇ ਕਾਰਨ ਨੇ ਤਣਾਅ ਦੇ। ਲੱਛਣ ਸਾਨੂੰ ਸਭ ਨੂੰ ਪਤਾ ਹੈ ਵੀ ਅਸੀਂ ਗੁੱਸੇ ਦੇ ਵਿੱਚ ਹੁੰਦੇ ਹਾਂ, ਐਂਜ਼ਾਈਟੀ ਹੁੰਦੀ ਹੈ ਜਾਂ ਅਸੀਂ ਇਰੀਟੇਟ ਹੋ ਕੇ ਕਿਸੇ ਨੂੰ ਮੰਦਾ ਚੰਗਾ ਬੋਲਦੇ ਹਾਂ, ਇਹ ਇਹਦੇ ਲੱਛਣ ਹੁੰਦੇ ਨੇ। ਅਸਲ ਦੇ ਵਿੱਚ ਸਟ੍ਰੈਸ ਦੇ ਲੱਛਣ ਹੁੰਦੇ ਨੇ ਔਰ ਚਿੰਤਾ ਦੇ ਇਹ ਲੱਛਣ ਹੁੰਦੇ ਨੇ। ਕਹਿੰਦੇ ਨੇ ਵੀ ਚਿੰਤਾ ਚਿਤਾ ਸਮਾਨ ਹੈ। ਸੋ ਇਸ ਚਿੰਤਾ ਨੂੰ, ਇਸ ਸਟ੍ਰੈਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਆਓ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਜਸਮਿੰਦਰ ਜੀ ਤੋਂ। ਸੋ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਥੈਂਕ ਯੂ ਰਮਨ ਜੀ। ਸੋ ਜਸਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਕਿ ਵੀ ਤੁਹਾਡੀ ਸੰਸਥਾ ਵੱਲੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਲੀਕੇ ਗਏ ਆ, ਹਾਂਜੀ, ਥੋੜਾ ਜਿਹਾ ਸੰਸਥਾ ਦੇ ਬਾਰੇ ਵੀ ਪੁੱਛਣਾ ਚਾਹਣਾ। ਟੋਰਾਂਟੋ ਦੇ ਵਿੱਚ ਜੇ ਕੈਨੇਡਾ ਵਾਈਡ ਗੱਲ ਕਰੀਏ ਤਾਂ ਕਿੰਨੀਆਂ ਕੁ ਤੁਹਾਡੀਆਂ ਲੋਕੇਸ਼ਨਸ ਹੈ ਔਰ ਦੂਸਰੀ ਗੱਲ ਕਦੋਂ ਸਥਾਪਿਤ ਹੋਈ ਹੈ ਕੈਨੇਡਾ ਦੇ ਵਿੱਚ ਇਹ ਸੰਸਥਾ? ਹਾਂਜੀ, ਤੇ ਰਮਨ ਜੀ ਕੈਨੇਡਾ ਦੇ ਵਿੱਚ 20 ਸਾਲ ਹੋ ਗਏ ਨੇ। 2000 ਦੇ ਵਿੱਚ ਨਾ ਸਾਡਾ ਜਿਹੜਾ ਉੱਦਾਂ ਇਸ ਸੰਸਥਾ ਨੂੰ 35 ਸਾਲ ਤੋਂ ਜ਼ਿਆਦਾ ਹੋ ਗਏ ਨੇ। 1982 ਦੇ ਵਿੱਚ ਸੰਸਥਾ ਦਾ ਸਥਾਪਨਾ ਹੋਈ। ਹਾਂਜੀ, ਤੇ ਕੈਨੇਡਾ ਦੇ ਵਿੱਚ ਸਾਡਾ ਇੰਟਰਨੈਸ਼ਨਲ ਸੈਂਟਰ ਕਿਊਬੈਕ ਦੇ ਵਿੱਚ ਹੈਗਾ, ਮੌਂਟਰੀਅਲ ਦੇ ਵਿੱਚ ਸ਼ਾਵਨੀਗਨ, ਉੱਥੇ ਸਾਡਾ ਆਰਟ ਆਫ ਲਿਵਿੰਗ ਇੰਟਰਨੈਸ਼ਨਲ ਸੈਂਟਰ ਹੈ। ਤੇ ਜੇ ਆਪਾਂ GTA ਦੀ ਗੱਲ ਕਰੀਏ ਤੇ GTA ਦੇ ਵਿੱਚ ਮੇਰੇ ਵਰਗੇ ਆਲਮੋਸਟ 50 ਟ੍ਰੇਨ ਟੀਚਰਸ ਨੇ, 50 ਤੋਂ ਵੱਧ, ਔਰ ਕਈ ਟੀਚਰਸ ਹੋਰ ਇੰਡੀਆ ਤੋਂ ਆ ਰਹੇ ਨੇ ਟ੍ਰੇਨਿੰਗ ਲੈ ਕੇ, ਔਰ ਇੱਥੇ ਵੀ ਟ੍ਰੇਨਿੰਗ ਹੁੰਦੀ ਹੈ। ਔਰ ਕਈ ਲੋਕੇਸ਼ਨਸ ਨੇ ਇੱਥੇ, ਮਿਸਿਸਾਗਾ ਦੇ ਵਿੱਚ ਹੈ, ਮਾਰਖਮ ਦੇ ਵਿੱਚ ਹੈ, ਸਕਾਰਬਰੋ ਦੇ ਵਿੱਚ ਹੈ, ਆਪਣੇ ਮਿਲਟਨ ਦੇ ਵਿੱਚ ਹੈ, ਔਰ ਬਹੁਤ ਸਾਰੀ ਬ੍ਰੈਂਪਟਨ ਦੇ ਵਿੱਚ ਹੈ, ਕੈਨੇਡਾ ਵਾਈਡ। ਹਾਂ, ਬਹੁਤ ਜਗ੍ਹਾ ਤੇ। ਇੱਕ ਕਾਲ ਲੈ ਲਈਏ ਫਿਰ ਆਪਾਂ ਅੱਗੇ ਚਰਚਾ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਦੋ ਸਵਾਲ ਸੀਗੇ ਜਸਵਿੰਦਰ ਜੀ ਨੂੰ। ਜੀ, ਮੈਂ ਥੋੜਾ ਆਪਣੇ ਬਾਰੇ ਦੱਸਦਾ। ਮੇਰਾ ਪ੍ਰੈਗਨੈਂਸੀ ਤੋਂ ਬਾਅਦ ਜਿੱਦਾਂ ਮੇਰਾ C-section ਹੋਇਆ ਸੀਗਾ, ਤੇ ਪ੍ਰੈਗਨੈਂਸੀ ਤੋਂ ਬਾਅਦ ਮੈਂ ਬੜਾ ਨੋਟਿਸ ਕੀਤਾ ਵੀ ਮੇਰੀ ਜਿਹੜੀ ਬੋਡੀ ਆ ਜਾਂ ਓਵਰਆਲ ਮੇਰਾ ਨੇਚਰ ਆ ਬਹੁਤ ਚੇਂਜ ਹੋਇਆ ਹੈ ਨਾ। ਸਮਟਾਈਮਸ ਮੈਂ ਬਹੁਤ ਵਧੀਆ ਫੀਲ ਕਰਦੀ ਹਾਂ, ਸਮਟਾਈਮਸ ਬਹੁਤ ਮਤਲਬ ਗੰਦਾ ਫੀਲ ਕਰਦੀ ਹਾਂ ਪੰਜਾਬੀ ਚ ਕਹੀਏ। ਤੇ ਮੈਨੂੰ ਨੀਂਦ ਦੀ ਪ੍ਰੋਬਲਮ ਏਦਾਂ ਆਉਂਦੀ ਹੈ ਵੀ ਸੌਂਦੀ ਹਾਂ ਮੈਂ, ਉਹਦੀ ਪ੍ਰੋਬਲਮ ਨਹੀਂ ਆ ਮੈਨੂੰ। ਜਦੋਂ ਸਟਾਰਟਿੰਗ ਚ ਸੌਣ ਵੇਲੇ ਨਾ ਮੈਨੂੰ ਬਹੁਤ ਸਟਰਗਲ ਕਰਨੀ ਪੈਂਦੀ, ਕਈ ਵਾਰ 2-3 ਘੰਟੇ ਨੀਂਦ ਨਹੀਂ ਆਉਂਦੀ ਹੈ ਨਾ, ਫਿਰ ਐਂਜ਼ਾਈਟੀ ਹੋਣ ਲੱਗ ਜਾਂਦੀ ਆ। ਤੇ ਮੈਂ YouTube ਤੋਂ ਦੇਖ ਕੇ ਵੀ ਸਟਾਰਟ ਕੀਤੀ ਸੀ ਕਿ ਮੈਡੀਟੇਸ਼ਨ 1-2 ਦਿਨ 3-4 ਦਿਨ ਕੀਤੀ। ਜਦੋਂ ਹੀ ਅੱਖਾਂ ਬੰਦ ਕਰਦੀਆਂ ਉਦੋਂ ਘਬਰਾਹਟ ਹੁੰਦੀ ਆ, ਖੋਲ ਦਿੰਦੀ ਆ, ਫਿਰ ਉਹ ਛੱਡਦੀ ਹੈ ਨਾ। ਤੇ ਕਈ ਵਾਰ ਇਹ ਸੋਚਦੀ ਹਾਂ ਵੀ ਪੈਸੇ ਦੇ ਕੇ ਜੁਆਇਨ ਕਰ ਲਵਾਂ ਕਿਤੇ, ਮੇਰੀ ਤਾਂ ਮਤਲਬ ਮੈਂ ਯੂਜ਼ਡ ਟੂ ਹੋ ਜਾਏ ਇਸ ਚੀਜ਼ ਤੇ। ਤੇ ਮੈਂ ਰੀਅਲੀ ਇੰਟਰਸਟਡ ਆ ਵੀ ਮੈਡਮ ਦੀਆਂ ਗੱਲਾਂ ਮੈਨੂੰ ਬੜੀਆਂ ਅੱਛੀਆਂ ਲੱਗੀਆਂ ਵੀ ਉਹ ਮੇਰੇ ਲਈ ਕੀ ਰੈਕਮੈਂਡ ਕਰਦੇ ਆ ਜਾਂ ਉਹਨਾਂ ਦਾ ਸੈਂਟਰ ਕਿੱਥੇ ਹੈ ਜਿੱਥੇ ਜਾ ਕੇ ਮੈਂ ਜੁਆਇਨ ਕਰ ਸਕਾਂ। ਮੈਨੂੰ ਪ੍ਰੋਬਲਮ ਨਹੀਂ ਹੈ, ਮੈਂ ਪੈਸੇ ਵੀ ਲਾਉਣ ਨੂੰ ਰਹਿਣੀ ਆ, ਬਟ ਮੈਨੂੰ ਸ਼ਾਂਤੀ ਚਾਹੀਦੀ ਹੈ, ਮੈਨੂੰ ਮੇਰੀ ਨੀਂਦ ਵਾਪਸ ਚਾਹੀਦੀ ਆ। ਤੇ ਇੱਕ ਨਾ ਮੇਰੇ ਸਿਰ ਦੇ ਸੈਂਟਰ ਦੇ ਵਿੱਚ ਜਿੱਦਾਂ ਕੀੜੀਆਂ ਜਿਹੀਆਂ ਨਹੀਂ ਲੜਦੀਆਂ ਹੁੰਦੀਆਂ, ਉਹ ਲੜਦੀਆਂ ਰਹਿੰਦੀਆਂ ਨੇ ਸਮਟਾਈਮਸ। ਬਹੁਤ ਬਹੁਤ ਸ਼ੁਕਰੀਆ। ਔਰ ਤੁਹਾਡੇ ਸਵਾਲ ਜਿਹੜੇ ਆ ਜਸਵਿੰਦਰ ਜੀ ਕੋਲ ਤੱਕ ਪਹੁੰਚ ਗਏ ਆ, ਤੁਸੀਂ ਆਫ ਦੀ ਏਅਰ ਸੁਣ ਲਓ। ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਜੀ। ਹਾਂਜੀ, ਮੈਂ ਇਸ ਤੋਂ ਪਹਿਲਾਂ ਕਿ ਹੋਰ ਗੱਲ ਕਰੀ ਪਹਿਲਾਂ ਮੈਂ ਇਹਨਾਂ ਦਾ, ਹਾਂਜੀ, ਮੈਂ ਉਹਨਾਂ ਦਾ ਨਾਮ ਪੁੱਛਣਾ ਚਾਹੁੰਦੀ ਸੀਗੀ। ਤੇ ਚਲੋ, ਪਰ ਤੁਹਾਡੀ ਸਤਿ ਸ਼੍ਰੀ ਅਕਾਲ, ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ, ਤੁਸੀਂ ਜੋ ਵੀ ਬੋਲ ਰਹੇ ਸੀਗੇ, ਔਰ ਬਿਲਕੁਲ ਪਰੇਸ਼ਾਨ ਨਹੀਂ ਹੋਣਾ। ਮੈਂ ਵੀ ਇੱਕ ਬੇਟੀ ਦੀ ਮਾਂ। ਸੋ ਜਿਹੜਾ ਪ੍ਰੈਗਨੈਂਸੀ ਤੋਂ ਬਾਅਦ ਡੈਫੀਨਿਟਲੀ ਇੱਕ ਬੱਚੇ ਦਾ ਤਾਂ ਜਨਮ ਹੁੰਦਾ ਹੀ ਹੈ ਰਮਨ ਜੀ। ਜਿਹੜੀ ਔਰਤ ਹੁੰਦੀ ਹੈ ਨਾ, ਉਹਦੇ ਲਈ ਵੀ ਇੱਕ ਨਵਾਂ ਜਨਮ ਹੈ। ਮਤਲਬ ਮੇਰੇ ਰੌਂਗਟੇ ਖੜੇ ਹੋ ਰਹੇ ਆ, ਬਿਕੋਜ਼ ਇੱਕ ਬਿਲਕੁਲ ਨਵਾਂ ਜਨਮ ਹੁੰਦਾ ਇੱਕ ਔਰਤ ਦਾ। ਔਰ ਉਹਦੇ ਵਿੱਚ ਬਹੁਤ ਸਾਰੀਆਂ ਬੋਡੀ ਦੇ ਵਿੱਚ ਹਾਰਮੋਨਲ ਚੇਂਜਸ ਆਉਂਦੀਆਂ ਨੇ, ਜਿਹੜੇ ਉਹਦੇ ਕਰਕੇ ਚਿੜਚਿੜਾਪਨ ਹੈ, ਜਾਂ ਫਿਰ ਜਿਹੜੀ ਫਿਜ਼ੀਕਲ ਬੋਡੀ 'ਚ ਚੇਂਜ ਆਉਂਦਾ ਹੈ, ਮੈਂਟਲੀ ਬਹੁਤ ਚੇਂਜ ਆਉਂਦਾ ਹੈ, ਹਾਰਮੋਨ ਲੈਵਲ ਤੇ ਬਹੁਤ ਚੇਂਜ ਆਉਂਦਾ ਹੈ। ਤੇ ਤਾਂ ਇਹ ਜਿਹੜੀਆਂ ਪ੍ਰੋਬਲਮਸ ਉਹ ਆ ਰਹੀਆਂ ਨੇ। ਤਾਂ ਇੱਕ ਤਾਂ ਮੈਨੂੰ, ਮੈਂ ਜੇ ਸਾਹਮਣੇ ਤੁਹਾਡੀ ਗੱਲ ਵਿੱਚੋਂ ਕੱਟ ਰਿਹਾ, ਔਰ ਜਿਹੜੀਆਂ ਪ੍ਰੋਬਲਮਸ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਜਾਂ ਸਾਡੇ ਦਰਸ਼ਕ ਨੇ ਜਾਂ ਸਾਡੇ ਕਾਲਰ ਨੇ ਜ਼ਿਕਰ ਕੀਤਾ, ਕਿ ਇਹ ਪਰਮਾਨੈਂਟ ਤਾਂ ਨਹੀਂ ਰਹਿੰਦੀਆਂ? ਨਹੀਂ, ਹੌਲੀ ਹੌਲੀ ਖਤਮ ਹੋ ਜਾਂਦੀਆਂ ਨੇ, ਬਟ ਇਟ ਇਜ਼ ਨੈਚੁਰਲ ਕਿ ਬੋਡੀ 'ਚ ਹਾਰਮੋਨਲ ਚੇਂਜਸ ਇੰਨੇ ਨੇ, ਉਹ ਆ ਜਾਂਦਾ। ਜ਼ਰੂਰੀ ਨਹੀਂ ਸਭ ਨੂੰ ਹੋਵੇ, ਬਟ ਹੋ ਜਾਂਦਾ ਹੈ। ਸੋ
ਮੈਂ ਜੇ ਇਹ ਆਨਲਾਈਨ ਹੁੰਦੇ ਤਾਂ ਮੈਂ ਪੁੱਛ ਲੈਂਦੀ ਕਿ ਕਿੰਨੇ ਮਹੀਨੇ ਦਾ ਬੱਚਾ ਹੋ ਗਿਆ ਉਹਨਾਂ ਦਾ, ਤੇ ਕਿਉਂਕਿ ਅਸੀਂ ਰეკਮੈਂਡ ਕਰਦੇ ਹਾਂ ਕਿ 4 ਤੋਂ 6 ਮਹੀਨੇ ਬਾਅਦ ਉਹ ਕੋਈ ਜਿਹੜੀ ਕਿਰਿਆ ਹੈ ਉਹ ਸਿੱਖ ਸਕਦੇ ਆ। ਤੇ ਜੇ ਤੁਹਾਡਾ ਬੱਚਾ 4 ਜਾਂ 6 ਮਹੀਨੇ ਦਾ ਹੋ ਗਿਆ ਤਾਂ ਫਿਰ ਤੁਸੀਂ ਸੁਦਰਸ਼ਨ ਕਿਰਿਆ ਜਿਹੜੀ ਉਹ ਸਿੱਖ ਸਕਦੇ ਹੋ, ਕਿਉਂਕਿ ਜਦੋਂ ਅਸੀਂ ਕਿਰਿਆ ਕਰਦੇ ਨਾ ਬਹੁਤ ਸਾਰੇ ਟੌਕਸਿਨਸ ਨਿਕਲਦੇ ਨੇ, ਤੇ ਬੱਚਾ ਜੇ ਦੁੱਧ ਪੀਂਦਾ ਹੈ ਮਾਂ ਦਾ ਤਾਂ ਉਹ ਟੌਕਸਿਨਸ ਅਸੀਂ ਨਹੀਂ ਚਾਹੁੰਦੇ ਬੱਚੇ ਦੇ ਬੋਡੀ ਦੇ ਵਿੱਚ ਉਹ ਜਿਹੜੇ ਜਾਣ। ਸੋ ਅਸੀਂ ਸਾਰੀ ਚੀਜ਼ਾਂ ਦਾ ਧਿਆਨ ਰੱਖਦੇ ਹਾਂ। ਤੁਸੀਂ ਨਾਲ ਦੀ ਨਾਲ ਆਪਣਾ ਇੱਕ ਨੰਬਰ ਹੈ ਜਿਹੜਾ ਉਹ ਵੀ ਅਨਾਉਂਸ ਕਰ ਦਿਓ, ਔਰ ਜਿਹੜਾ ਅੱਜ ਸਾਡਾ ਮਕਸਦ ਹੈ ਪ੍ਰੋਗਰਾਮ ਕਰਨ ਦਾ, ਉਹ ਤੁਸੀਂ ਇੱਕ ਪ੍ਰੋਗਰਾਮ ਜੋ ਅੱਜ ਅਨਾਉਂਸ ਕਰਨ ਜਾ ਰਹੇ ਹੋ ਉਹ ਵੀ ਇੱਕ ਨਾਲ ਦੀ ਨਾਲ ਅਨਾਉਂਸ ਕਰੋ। ਹਾਂਜੀ, ਸੋ ਨੰਬਰ ਨੋਟ ਕਰ ਲਓ 416 834 6628। ਇਹ ਮਨਿੰਦਰ ਢਿੱਲੋਂ ਸਾਡੇ ਆਰਗੇਨਾਈਜ਼ਰ ਨੇ। ਸਾਡਾ ਪ੍ਰੋਗਰਾਮ ਬਹੁਤ ਵੱਡਾ ਆਨਲਾਈਨ ਹੈਪੀਨੈਸ ਫੈਸਟੀਵਲ ਹੋ ਰਿਹਾ ਹੈ। ਹਾਂਜੀ, ਆਨਲਾਈਨ, ਕਿ ਘਰ ਬੈਠੇ ਹੀ, ਕਿਉਂਕਿ ਅੱਜ ਕੱਲ ਲਾਕਡਾਊਨ ਹੈ, ਕਿਤੇ ਅਸੀਂ ਇਕੱਠੇ ਨਹੀਂ ਹੋ ਸਕਦੇ ਜ਼ਿਆਦਾ ਲੋਕ, ਤਾਂ ਅਗਸਤ 14 ਤੋਂ ਲੈ ਕੇ ਅਗਸਤ 16 ਤੱਕ ਕੰਪਿਊਟਰ ਦੇ ਸਾਹਮਣੇ ਤੁਸੀਂ ਇਹ 3 ਘੰਟੇ ਹਰ ਰੋਜ਼ ਔਰ ਇਸ ਹੈਪੀਨੈਸ ਪ੍ਰੋਗਰਾਮ ਸਿੱਖ ਸਕਦੇ ਹੋ, ਸੁਦਰਸ਼ਨ ਕਿਰਿਆ ਸਿੱਖ ਸਕਦੇ ਹੋ। ਸੋ 416 834 6628 ਇਸ ਨੰਬਰ ਤੇ ਸੰਪਰਕ ਕਰ ਲੈਣ। ਔਰ ਮੈਂ ਇਹਨਾਂ ਨੂੰ ਕਹੂੰਗੀ ਕਿ ਹਰ ਰੋਜ਼ ਇੱਕ ਸਾਡਾ ਫ੍ਰੀ ਸੈਸ਼ਨ ਹੋ ਰਿਹਾ ਹੈ, ਤੇ ਪੰਜਾਬੀ ਇੰਟਰੋ ਟਾਕ ਜਿਹੜੀ ਕਿ ਪੰਜਾਬੀਆਂ ਵਾਸਤੇ ਇੱਕ ਫ੍ਰੀ ਸੈਸ਼ਨ ਸਾਡਾ ਸ਼ਨੀਵਾਰ ਨੂੰ 11:30 ਤੋਂ 1 ਵਜੇ ਹੈ। ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਉਹ ਬਿਲਕੁਲ ਫ੍ਰੀ ਸੈਸ਼ਨ ਹੈ। ਤੁਸੀਂ ਇਸ ਨੰਬਰ ਤੇ ਕਾਲ ਕਰਕੇ ਲਿੰਕ ਲਓ, ਤੇ ਈਵਨ ਜਿਹੜਾ ਫੇਸਬੁੱਕ ਤੇ ਲਾਈਵ ਹੈ ਇੱਥੇ ਵੀ ਅਸੀਂ ਉਹ ਲਿੰਕ ਪਾ ਦਾਂਗੇ ਫ੍ਰੀ ਸੈਸ਼ਨ ਦਾ। ਤੁਸੀਂ ਉਹ ਆਪਣਾ ਰਜਿਸਟਰ ਕਰਕੇ ਆਨਲਾਈਨ ਆਓ 11:30 ਵਜੇ। ਘਰ ਬੈਠੇ 1.5 ਘੰਟੇ ਵਿੱਚ ਤੁਹਾਨੂੰ ਫੀਲ ਹੋਏਗਾ ਕਿ ਸਾਹ ਦੀ ਐਕਸਰਸਾਈਜ਼ ਹੋਏਗੀ, ਮੈਡੀਟੇਸ਼ਨ ਹੋਏਗੀ, ਆਪਣੇ ਆਪ 'ਚ ਫਰਕ ਆਏਗਾ, ਮਹਿਸੂਸ ਆਏਗਾ। ਔਰ ਇਹ ਜਿਹੜੀਆਂ ਨੇ ਨਾ, ਉਹ ਕਹਿ ਰਹੇ ਸੀ ਕੀੜੀਆਂ ਚੱਲਦੀਆਂ ਨੇ, ਜਿੱਦਾਂ ਅਸੀਂ ਕਿਰਿਆ ਦੇ ਵਿੱਚ ਮੈਂ ਤੁਹਾਨੂੰ ਕਿਹਾ 90% ਅਸੀਂ ਆਕਸੀਜਨ ਵੀ ਸਾਰਾ ਹੀ ਲੈਂਦੇ ਹਾਂ। ਬ੍ਰਹਮਨ ਜੀ, ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਫੇਫੜੇ ਨੇ ਨਾ, ਉਹਦੇ ਰਾਹੀਂ ਅਸੀਂ ਸਾਹ ਲੈਂਦੇ ਹਾਂ, ਤੇ ਅਸੀਂ ਸਿਰਫ 30% ਆਪਣੇ ਫੇਫੜਿਆਂ ਦਾ ਇਸਤੇਮਾਲ ਕਰਦੇ ਹਾਂ। ਅੱਛਾ, ਦਿਸ ਇਜ਼ ਤੇ ਜਿਹੜੀ ਅਸੀਂ ਸਾਹ ਸਿੱਖਦੇ ਆ ਇਸ ਹੈਪੀਨੈਸ ਪ੍ਰੋਗਰਾਮ 'ਚ, ਉਜਈ ਸਵਾਸ ਕਹਿੰਦੇ ਆ, ਉਹਦੇ ਨਾਲ ਅਸੀਂ 90% ਆਪਣੇ ਫੇਫੜਿਆਂ ਦੀ ਜਿਹੜੀ ਕਪੈਸਿਟੀ ਆ ਉਹਨੂੰ ਵਧਾ ਸਕਦੇ ਹਾਂ। ਤੇ ਫਿਰ ਤੁਸੀਂ ਦੇਖੋ ਆਕਸੀਜਨ ਅੰਦਰ ਜਾਊਗੀ ਤਾਂ ਉਹ ਜਿਹੜੀ ਬ੍ਰੇਨ ਦੀ ਸਰਕੂਲੇਸ਼ਨ ਵਧੂਗੀ, ਉਹ ਜਿਹੜੀਆਂ ਕੀੜੀਆਂ ਚੱਲਦੀਆਂ ਸਭ ਕੁਝ ਉਹ ਠੀਕ ਹੋਊਗਾ। ਜਿੱਦਾਂ ਤੁਸੀਂ ਨਿਯਮਿਤ ਅਭਿਆਸ ਕਰੋਗੇ ਹੌਲੀ ਹੌਲੀ ਆਕਸੀਜਨ ਦੇ ਨਾਲ ਬਹੁਤ ਫਰਕ ਮਹਿਸੂਸ ਹੋਏਗਾ। ਹਾਂਜੀ, ਨਾਲ ਦੀ ਨਾਲ ਲੱਗਦੇ ਹੱਥ ਨਾ ਮੈਂ ਇਹ ਕਹਿਣਾ ਚਾਹਣਾ ਤੁਹਾਨੂੰ, ਮੈਂ ਬੇਨਤੀ ਕਰਦਾ ਕਿ ਦਰਸ਼ਕ ਤੁਹਾਡਾ ਪ੍ਰੋਗਰਾਮ ਬੜੀ ਸ਼ਿੱਦਤ ਨਾਲ ਦੇਖ ਰਹੇ ਆ, ਤੁਸੀਂ ਇੱਕ ਦੋ ਜੇ ਬੇਸਿਕ ਜਿਹੜੀਆਂ ਵਿਧੀਆਂ ਨੇ ਅੱਜ ਉਹ ਵੀ ਤੁਸੀਂ ਥੋੜਾ ਜਿਹਾ ਡੈਮੋ ਦੇ ਤੌਰ ਤੇ ਜੇ ਕਰਕੇ ਦਿਖਾ ਦਿਓ ਤਾਂ ਬੜੀ ਮਿਹਰਬਾਨੀ। ਓਕੇ, ਤੇ ਇੱਕ ਤਾਂ ਆਪਾਂ ਨਾ ਭ੍ਰਾਮਰੀ ਪ੍ਰਾਣਾਯਾਮ ਕਰਦੇ ਹਾਂ। ਭ੍ਰਾਮਰੀ ਪ੍ਰਾਣਾਯਾਮ ਦਾ ਕੀ ਮਤਲਬ ਹੈ? ਸੰਸਕ੍ਰਿਤ ਦਾ ਸ਼ਬਦ ਹੈ ਪ੍ਰਾਣ। ਉਹ ਥੋੜਾ ਜਿਹਾ ਮੈਂ ਬੇਸਿਕ ਤੋਂ ਉਹਨਾਂ ਨੂੰ ਨਾ ਫਿਰ ਜੇ ਸਮਝ ਆ ਜਾਵੇ ਤਾਂ ਬੰਦੇ ਨੂੰ ਕਰਨ 'ਚ ਵੀ ਚੰਗਾ ਲੱਗਦਾ। ਪ੍ਰਾਣਾਯਾਮ ਦਾ ਮਤਲਬ ਹੈ ਕਿ ਜਿਹੜੀ ਪ੍ਰਾਣ ਸ਼ਕਤੀ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਅਸੀਂ ਖਾਣਾ ਖਾਂਦੇ ਹਾਂ, ਹਰੇਕ 'ਚ ਜਿਹੜੀ ਪ੍ਰਾਣ ਸ਼ਕਤੀ ਹੈ ਸਾਡੇ ਅੰਦਰ ਹੁੰਦੀ ਹੈ ਨਾ, ਜੇ ਉਹ ਪ੍ਰਾਣ ਸ਼ਕਤੀ ਸਾਡੇ ਅੰਦਰ ਜ਼ਿਆਦਾ ਹੈ, ਅਸੀਂ ਉਤਸ਼ਾਹਿਤ ਮਹਿਸੂਸ ਕਰਦੇ ਹਾਂ, ਸਾਡੀ ਅੰਦਰਲੀ ਊਰਜਾ ਜ਼ਿਆਦਾ ਹੁੰਦੀ ਹੈ ਨਾ। ਤਾਂ ਯਮ ਹੁੰਦਾ ਹੈ ਕਿ ਉਹਨੂੰ ਅਸੀਂ ਡਾਇਰੈਕਸ਼ਨ ਦਿੰਦੇ ਹਾਂ। ਪ੍ਰਾਣਾਯਾਮ ਮਤਲਬ ਕੋਈ ਵੀ ਪ੍ਰਾਣਾਯਾਮ ਤੁਸੀਂ ਕਰੋਗੇ ਤੁਹਾਡੇ ਅੰਦਰਲੀ ਪ੍ਰਾਣ ਸ਼ਕਤੀ ਨੂੰ ਇੱਕ ਦਿਸ਼ਾ ਮਿਲਦੀ ਹੈ। ਤਾਂ ਇਹ ਭ੍ਰਾਮਰੀ ਪ੍ਰਾਣਾਯਾਮ ਹੈ ਕਿ ਜਿੱਦਾਂ ਇੱਕ ਮਧੂਮੱਖੀ ਹੁੰਦੀ ਹੈ ਨਾ, ਉਹ ਜੇ ਤੁਸੀਂ ਮਧੂਮੱਖੀ ਨੂੰ ਧਿਆਨ ਨਾਲ ਸੁਣੋ ਤੇ ਉਹ ਆਵਾਜ਼ ਕਰਦੀ ਹੈ, ਮਧੂਮੱਖੀ ਹਮਿੰਗ ਕਰਦੀ ਹੈ ਨਾ, ਉਹ ਜੇ ਤੁਸੀਂ ਸੁਣਿਆ ਹੋਵੇ। ਤੇ ਇਹ ਭ੍ਰਾਮਰੀ ਪ੍ਰਾਣਾਯਾਮ ਹੈ। ਇਹ ਕਰਨ ਦੇ ਨਾਲ ਜਿਹੜਾ ਸਾਡਾ ਨਰਵਸ ਸਿਸਟਮ ਹੈ ਉਹ ਬਹੁਤ ਰਿਲੈਕਸ ਹੁੰਦਾ ਹੈ ਨਾ, ਔਰ ਬਹੁਤ ਇਹ ਲੱਗਦਾ ਬਹੁਤ ਸਿੰਪਲ ਹੈ ਬਟ ਇਹਦੇ ਬਹੁਤ ਬੈਨੀਫਿਟ ਹੈ, ਬਹੁਤ ਫਾਇਦੇ ਹੈ ਨਾ। ਤਾਂ ਕੀ ਕਰਨਾ, ਆਪਾਂ ਜਿਹੜੀ ਆਪਣੀ ਪਹਿਲੀ ਉਂਗਲ ਹੈ ਇਹਨੂੰ ਲੈ ਕੇ ਆ ਜਿਹੜਾ ਸਾਡੇ ਕੰਨਾਂ ਦੇ ਬਾਹਰ ਪਰਦਾ, ਜਿਹੜਾ ਕੰਨਾਂ ਦਾ ਬਾਹਰ ਜਿਹੜੇ ਉਹਨਾਂ ਦਾ ਕਵਰ ਹੈ, ਫਲੈਪ ਹੈ ਨਾ, ਉਹਨੂੰ ਹੌਲੀ ਹੌਲੀ ਏਦਾਂ, ਪਹਿਲਾਂ ਤੁਸੀਂ ਏਦਾਂ ਦੋਨੋਂ ਹੱਥ ਏਦਾਂ ਕਰਕੇ ਥੋੜਾ ਜਿਹਾ ਏਦਾਂ ਕਰਨਾ ਹੈ। ਹੁਣ ਕੀ ਕਰਨਾ ਹੈ, ਇੱਕ ਲੰਮਾ ਸਾਹ ਲੈਣਾ ਔਰ ਛੱਡਦੇ ਹੋਏ ਦੀ ਆਵਾਜ਼ ਕਰਨੀ ਹੈ। ਅੱਛਾ, ਸਾਹ ਲੈਣ ਵੇਲੇ ਨਹੀਂ ਕਰਨੀ। ਔਰ ਤੇ ਨਾਲ ਜਿੱਦਾਂ
ਤੁਸੀਂ ਇਹ ਦੀ ਆਵਾਜ਼ ਕਰਨੀ ਹੈ, ਇਹ ਖੋਲਣਾ ਬੰਦ ਕਰਨਾ ਹੈ, ਖੋਲਣਾ ਬੰਦ ਕਰਨਾ ਹੈ ਨਾ। ਤੁਸੀਂ ਡੈਮੋਨਸਟ੍ਰੇਸ਼ਨ ਮੈਨੂੰ ਦੇਖ ਲਓ, ਫਿਰ ਉਹ ਕਰ ਸਕਦੇ ਹੋ। ਤੇ ਅੱਖਾਂ ਆਪਣੀਆਂ ਜੇ ਬੰਦ ਰੱਖੋਗੇ ਨਾ, ਫਿਰ ਤੁਹਾਨੂੰ ਇਹਦਾ ਅਸਲੀ ਜਿਹੜਾ ਉਹ ਅਹਿਸਾਸ ਹੋਏਗਾ ਆਪਣੇ ਅੰਦਰ। ਸੋ ਤੁਸੀਂ ਇੱਕ ਆਪਣੇ ਜਿਹੜੀਆਂ ਉਂਗਲੀਆਂ ਨੇ ਉਹ ਕੰਨਾਂ ਦੇ ਜਿਹੜੇ ਬਾਹਰ ਫਲੈਪ ਨੇ ਉਹਦੇ ਉੱਪਰ ਹਲਕਾ ਜਿਹਾ ਦਬਾਓ ਉਹਨਾਂ ਨੂੰ, ਔਰ ਇੱਕ ਲੰਮਾ ਸਾਹ ਲਓ ਔਰ ਛੱਡਦੇ ਹੋਏ फिर एक साह लेना है, एक साह लो, थोड़ी देर लिए अखां बंद करके बैठो और सारा ध्यान अपने साह वल। ਜਿਹੜਾ ਸਾਹ ਅਸੀਂ ਅੰਦਰ ਲੈ ਰਹੇ ਹਾਂ ਉਹਦੇ ਨਾਲ ਸਾਨੂੰ ਸ਼ਕਤੀ ਮਿਲਦੀ ਹੈ, ਔਰ ਜਿਹੜਾ ਸਾਹ ਅਸੀਂ ਬਾਹਰ ਕੱਢ ਰਹੇ ਹਾਂ ਉਹਦੇ ਨਾਲ ਸਾਨੂੰ ਵਿਸ਼ਰਾਮ ਮਿਲਦਾ ਹੈ। अपने शरीर ते अपने वातावरण के प्रति जागरूक होंदे हुए बिना कोई काली कीते आराम दे नाल अपनी अखां नूं खोल सकते हो। बहुत अच्छा। ये बहुत सिंपल एक्सरसाइज है, पर ਜੇਕਰ ਜੇ ਅਸੀਂ ਕਰਾਂਗੇ ਨਾ, ਸੋ ਤੁਸੀਂ ਉਹ ਆਪਾਂ ਹੁਣ ਤਾਂ ਅੱਖਾਂ ਥੋੜੀ ਜਲਦੀ ਵੀ ਖੋਲ ਲਈਆਂ ਤੇ ਤੁਸੀਂ ਦੇਖੋਗੇ, ਮਹਿਸੂਸ ਕਰੋਗੇ ਤੁਹਾਡਾ ਕਈ ਵਾਰੀ ਅੱਖਾਂ ਬੰਦ ਖੋਲਣ ਨੂੰ ਜੀ ਨਹੀਂ ਕਰਦਾ। ਔਰ ਜੀ ਜਸਵਿੰਦਰ ਜੀ ਗੱਲ ਕਰੀਏ, ਜਿਹੜੀ ਇਹ ਪ੍ਰਕਿਰਿਆ ਤੁਸੀਂ ਦੱਸੀ ਹੈ ਪ੍ਰਾਣਾਯਾਮ ਦਾ, ਤੁਸੀਂ ਇਹ ਜਿਹੜਾ ਕਿਰਿਆ ਕਰਕੇ ਦਿਖਾਈ ਹੈ, ਡੈਮੋ ਦਿੱਤਾ, ਇਹ ਕਿੰਨੀ ਦੇਰ ਬੈਠ ਕੇ, ਜਿਵੇਂ ਆਪਾਂ ਬੇਸਿਕ ਗੱਲ ਕਰੀਏ, ਕਿੰਨੀ ਦੇਰ ਬੰਦਾ ਬੈਠ ਕੇ ਇਸ ਨੂੰ ਕਰ ਸਕਦਾ ਹੈ? ਮੈਂ ਇਹ ਕਹੂੰਗੀ ਕਿ ਜਿੱਦਾਂ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ ਜੀ। ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਈ ਤਾਂ ਉਦੋਂ ਵੀ ਜਾਖੜ ਸਾਹਿਬ ਨੇ ਬਹੁਤ ਭਖਵੇਂ ਮੁੱਦੇ ਜਿਹੜੇ ਗੱਲ ਕੀਤੀ ਸੀ। ਕਾਂਗਰਸ ਸਰਕਾਰ ਨੇ ਪੰਜਾਬ ਨੂੰ ਇਹਨਾਂ 2.5-3 ਸਾਲਾਂ ਵਿੱਚ ਕੁਝ ਦਿੱਤਾ ਵੀ ਹੈ ਜਾਂ ਨਹੀਂ? ਟਰੰਪ ਤੇ ਮੋਦੀ 'ਚ ਬਹੁਤ ਜ਼ਿਆਦਾ ਉਸ ਲੈਵਲ ਤੇ ਵਖਰੇਵਾਂ ਨਹੀਂ, ਉਹ ਵੀ ਨਸਲੀ ਹੈ। ਹਰ ਉਹ ਮੁੱਦਾ ਜੋ ਤੁਹਾਡੇ ਸਾਡੇ ਨਾਲ ਰੱਖਦਾ ਹੈ ਸੰਬੰਧ, ਮਾਹਿਰਾਂ ਦੀ ਟੀਮ ਕਰਦੀ ਹੈ ਫਿਰ ਹਰ ਮੁੱਦੇ ਤੇ ਚਰਚਾ। ਵੇਖੋ ਪ੍ਰੋਗਰਾਮ ਚਰਚਾ ਦਾ ਮੁੱਦਾ ਵਿਜ਼ਨ ਪੰਜਾਬ ਟੀਵੀ ਉੱਤੇ। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਡੀਲ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ਹਿ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ।
ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग नू 2042920177 ते। ਸਿਆਸਤ ਹੋਵੇ ਜਾਂ ਧਰਮ, ਪੰਜਾਬ ਵਾਸੀਆਂ ਮੁਤਾਬਕ ਉਜਾੜਾ ਹੋਣ ਜਾ ਰਿਹਾ ਹੈ। ਮੁੱਦਾ ਉਹ ਜੋ ਹੋਵੇ ਸਰਗਰਮ। ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਕਬਜ਼ੇ ਹੇਠ ਲੈ ਲਈਆਂ ਨੇ। ਸਿਆਸੀ ਲੀਡਰਾਂ ਦੇ ਵਾਅਦਿਆਂ ਦਾ ਕੀ ਹੈ ਸੱਚ? ਇਹ ਜੋ ਨਸ਼ਿਆਂ ਦਾ ਕੰਮ ਹੈ, ਜੋ ਆਮ ਆਦਮੀ ਕਹਿੰਦੇ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਉਹਦੇ ਲੱਕ ਤੋੜ ਕੇ ਛੱਡ। ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦਾ ਵੀ ਜਾਣਾਂਗੇ ਪੱਖ। ਆਵਾਮ ਨਾਲ ਜੁੜੇ ਹਰ ਮਸਲੇ ਦੀ ਕਰਾਂਗੇ ਘੋਖ। ਆਖਿਰ ਕੈਪਟਨ ਨੂੰ ਆਪਣੇ ਬਿਆਨ ਤੋਂ ਮੁੜਨਾ ਕਿਉਂ ਪਿਆ? ਸਾਡੀ ਖਾਸ ਪੇਸ਼ਕਸ਼ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ ਓਨਲੀ ਔਨ ਵਿਜ਼ਨ ਪੰਜਾਬ ਟੀਵੀ। ਸੁਖਬੀਰ ਦੇ ਪੈਸਿਆਂ ਵਾਲੇ ਟਰੱਕ ਕੀ ਕੈਪਟਨ ਦੀ ਸੱਚੀਆਂ ਕਿਤੇ ਪੱਕ ਠੱਕ? ਕਿੱਥੇ ਪਏ ਨੇ ਮੋਦੀ ਦੇ 15 ਲੱਖ? ਪੱਪੂ ਹੋਏਗਾ ਪਾਸ ਜਾਂ ਫਿਰ ਕਟੇਗੀ ਨੱਕ? ਸੰਗਰੂਰ ਵਾਲਾ ਮਾਨ ਤੇ ਠੋਕੋ ਤਾਲੀ ਵਾਲਾ ਸਿੱਧੂ ਕਿਵੇਂ ਤੋੜਦੇ ਨੇ ਵਿਰੋਧੀਆਂ ਦੇ ਲੱਕ? ਗਾਇਕਾਂ ਦੇ ਊਟ ਪਟਾਂਗ ਗੀਤਾਂ ਦੇ ਅਸਲ ਮਾਇਨੇ ਕਾਨੂੰਨ ਦੇ ਰਖਵਾਲਿਆਂ ਤੇ ਲੀਡਰਾਂ ਨੇ ਕਿੱਥੇ, ਕਿਉਂ ਤੇ ਕਿਵੇਂ ਖਿਲਾਰੀ ਖੱਪ। ਸਮਾਜ 'ਚ ਵਾਪਰਦੇ ਹਰ ਮਸਲੇ ਦੀ ਉਧੇੜਾਂਗੇ ਪਰਤ ਤੇ ਕਰਾਂਗੇ ਟੀਕਾ ਟਿੱਪਣੀ ਆਪਣੇ ਉਲਟ ਪੁਲਟ ਨਜ਼ਰੀਏ ਦੇ ਨਾਲ। ਸਾਡੇ ਖਾਸ ਪ੍ਰੋਗਰਾਮ ਉਲਟ ਪੁਲਟ 'ਚ ਦੇਖਣਾ ਨਾ ਭੁੱਲਣਾ ਮੰਡੇ ਟੂ ਫਰਾਈਡੇ ਰਾਤੀ 10 ਵਜੇ ਓਨਲੀ ਔਨ ਵਿਜ਼ਨ ਪੰਜਾਬ ਟੀਵੀ। ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ। HD ਐਂਟੇਨਾ ਵੀ ਇੰਸਟਾਲ ਕਰਦੇ ਨੇ। ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416 843 0208 416 843 0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ। Beautiful you, Jao Renu, hair salon and spa. ਜਿੱਥੇ ਮਿਲੇਗਾ ਤੁਹਾਨੂੰ ਲੇਜ਼ਰ ਹੈਅਰ ਰਿਮੂਵਲ ਐਂਡ IPL ਫੋਟੋ ਫੇਸ਼ੀਅਲ, ਜਿਸ ਦੇ ਨਾਲ ਰਿਮੂਵ ਹੋ ਸਕਦੇ ਨੇ ਪਰਮਨੈਂਟ ਸਕਿਨ ਟੈਗਸ ਐਂਡ ਪਿਗਮੈਂਟੇਸ਼ਨ। For more information, contact 204-233-3146. ब्रेक तो बाद फिर तो ਤੁਹਾਡਾ ਸਵਾਗਤ ਹੈ ਔਰ ਅਸੀਂ ਖਿਮਾ ਦੇ ਜਾਜਕ ਹਾਂ ਕਿ ਜੋ ਤਕਨੀਕੀ ਖਰਾਬੀ ਕਰਕੇ ਸਾਨੂੰ ਇੱਕ ਹੋਰ ਬ੍ਰੇਕ ਜਿਹੜੀ ਹੈ ਉਹ ਸਪੌਂਟੇਨੀਅਸ ਲੈਣੀ ਪੈ ਗਈ। ਸਾਡੀ ਬ੍ਰੇਕ ਬਣਦੀ ਨਹੀਂ ਸੀ ਪਰ ਕਿਸੇ ਵਜ੍ਹਾ ਦੇ ਨਾਲ ਥੋੜਾ ਜਿਹਾ ਲਾਈਟ ਦਾ ਜਾਂ ਕੁਛ ਇੰਟਰਨੈਟ ਦੀ ਟੈਕਨੀਕਲ ਖਰਾਬੀ ਸੀ, ਉਸ ਕਰਕੇ ਬ੍ਰੇਕ ਹੋ ਗਈ ਸੀ ਪ੍ਰੋਗਰਾਮ ਦੇ ਵਿੱਚ। ਉਹਦੇ ਲਈ ਅਸੀਂ ਖਿਮਾ ਦੇ ਜਾਚਕ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਘਨ ਨਾ ਪਵੇ। ਸੋ ਅੱਜ ਜੋ ਅਸੀਂ ਪ੍ਰੋਗਰਾਮ ਨੂੰ ਮੈਂ ਫਿਰ ਅਨਾਉਂਸ ਕਰ ਦਵਾਂ, ਜੋ ਪ੍ਰੋਗਰਾਮ ਅਸੀਂ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਕਰ ਰਹੇ ਹਾਂ ਉਹ ਮੈਡੀਟੇਸ਼ਨ ਦੇ ਨਾਲ ਸੰਬੰਧਿਤ ਹੈ ਔਰ ਕਿਵੇਂ ਮੈਡੀਟੇਸ਼ਨ ਕੀਤਾ ਜਾ ਸਕਦਾ ਹੈ ਔਰ ਸਾਡੇ ਅੰਦਰ ਜਿਹੜੀ ਚਿੰਤਾ ਬਣੀ ਹੋਈ ਹੈ, ਸਾਡੀ ਚਿੰਤਾ ਸਾਨੂੰ ਘੁਣ ਵਾਂਗ ਖਾ ਰਹੀ ਹੈ, ਉਹਨੂੰ ਕਿਵੇਂ ਅਸੀਂ ਦੂਰ ਕਰ ਸਕਦੇ ਹਾਂ ਧਿਆਨ ਸਾਧਨਾ ਦੇ ਨਾਲ, ਮੈਡੀਟੇਸ਼ਨ ਦੇ ਨਾਲ, ਪ੍ਰਾਣਾਯਾਮ ਦੇ ਨਾਲ। ਆਓ ਫਿਰ ਇੱਕ ਵਾਰੀ ਸਵਾਗਤ ਕਰਦੇ ਹਾਂ ਜਸਵਿੰਦਰ ਜੀ ਦਾ। ਤੁਹਾਡਾ ਫਿਰ ਤੋਂ ਸਵਾਗਤ ਹੈ ਜੀ।
ਸੋ ਅਸੀਂ ਤੁਹਾਡੇ ਤੋਂ ਵੀ ਮਾਫੀ ਚਾਹੁੰਦੇ ਹਾਂ, ਬ੍ਰੇਕ ਸਾਨੂੰ ਲੈਣੀ ਪੈ ਗਈ ਕਿਉਂਕਿ ਥੋੜੀ ਟੈਕਨੀਕਲ ਖਰਾਬੀ ਸੀ, ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਸੋ ਅਸੀਂ ਗੱਲ ਕਰ ਰਹੇ ਸੀ ਜੋ ਤੁਸੀਂ ਜੋ ਸਾਡੀ ਟੈਕਨੀਕਲ ਖਰਾਬੀ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀ ਜੋ ਇੱਕ ਡੈਮੋ ਦੇ ਕੇ ਦਿਖਾਇਆ ਵੀ ਇਸ ਤਰ੍ਹਾਂ ਕਿਰਿਆ ਕੀਤੀ ਜਾ ਸਕਦੀ ਹੈ। ਅਸਲ ਦੇ ਵਿੱਚ ਮੈਂ ਸਵਾਲ ਕਰ ਰਿਹਾ ਸੀ ਕਿ ਇਸ ਕਿਰਿਆ ਨੂੰ ਕਿੰਨੀ ਦੇਰ ਕਰਨਾ ਚਾਹੀਦਾ। ਇਹ ਜਿਹੜਾ ਭ੍ਰਾਮਰੀ ਪ੍ਰਾਣਾਯਾਮ ਅਸੀਂ ਹੁਣੇ ਦੇਖਿਆ ਹੈ ਤੇ ਮੈਂ ਤੁਹਾਨੂੰ ਜੋ ਮੈਂ ਡੈਮੋਨਸਟ੍ਰੇਟ ਕੀਤਾ ਨਾ ਕਿ 3 ਵਾਰੀ ਅਸੀਂ ਇੱਕ ਵਾਰੀ ਸਾਹ ਲੈਣਾ ਛੱਡਦੇ ਹੋਏ ਦੀ ਆਵਾਜ਼ ਦੇ ਵਿੱਚ, ਤੇ ਉਹ 3 ਵਾਰੀ ਤੁਸੀਂ ਕਰੋ। ਉਸ ਤੋਂ ਬਾਅਦ ਅੱਖਾਂ ਬੰਦ ਕਰਕੇ 5 ਮਿੰਟ ਲਈ ਬੈਠੋ। ਤੁਸੀਂ ਕੋਈ ਕਾਲੀ ਜੇ ਤੁਹਾਡਾ ਨਹੀਂ ਦਿਲ ਕਰਦਾ ਅੱਖ ਖੋਲ੍ਹਣ ਨੂੰ, ਨਾ ਖੋਲੋ, ਤਾਂ ਤੁਸੀਂ ਆਪਣੇ ਅੰਦਰ ਪਤਾ ਅਸੀਂ ਸਭ ਤੋਂ ਜ਼ਿਆਦਾ ਜਿਹੜੀ ਸਾਡੇ ਅੰਦਰਲੀ ਜਿਹੜੀ ਸ਼ਕਤੀ ਹੈ ਨਾ ਅਸੀਂ ਅੱਖਾਂ ਰਾਹੀਂ ਬਾਹਰ ਵੇਸਟ ਕਰਦੇ ਹਾਂ। ਤੁਸੀਂ ਦੇਖੋ ਜਦੋਂ ਅਸੀਂ ਸਵੇਰੇ ਉੱਠ ਜਾਂਦੇ ਹਾਂ ਹੈ ਨਾ ਤੇ ਰਾਤ ਨੂੰ ਜਦੋਂ ਸੌਣ ਲੱਗਦੇ ਹਾਂ ਪੂਰਾ ਦਿਨ ਅੱਖਾਂ ਅਸੀਂ ਸਾਡੀ ਸਾਰੀ એનર્ਜੀ ਬਾਰ-ਬਾਰ ਅਸੀਂ ਅੱਖਾਂ ਰਾਹੀਂ ਦੇਖਦੇ ਹਾਂ, ਸੁਣਦੇ ਹਾਂ, ਬੋਲਦੇ ਹਾਂ, ਟੱਚ ਕਰਦੇ ਹਾਂ ਕਿਸੇ ਚੀਜ਼ ਨੂੰ। ਔਰ ਜਦੋਂ ਅਸੀਂ ਅੱਖਾਂ ਬੰਦ ਕਰਦੇ ਹਾਂ ਉਹ ਧਿਆਨ ਅਵਸਥਾ 'ਚ ਅਸੀਂ ਆਪਣੇ ਅੰਦਰ ਜਾਂਦੇ ਹਾਂ, ਅੰਦਰ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਦੇ ਹਾਂ ਹੈ ਨਾ। ਤਾਂ ਇਹ ਐਕਸਰਸਾਈਜ਼ ਹੈ ਜਿਹੜੀ ਕਿਰਿਆ ਹੈ ਤੁਸੀਂ ਇਹ ਨਹੀਂ ਕਿ ਬਹੁਤ ਜ਼ਿਆਦਾ ਵਾਰ ਨਹੀਂ, 3 ਵਾਰੀ ਕਰਕੇ 5 ਮਿੰਟ ਲਈ ਅੱਖਾਂ ਬੰਦ ਕਰਕੇ ਬੈਠੋ। ਔਰ ਤੁਸੀਂ ਇਹ ਦੇਖੋਗੇ ਕਿ ਮੈਂ ਤੁਹਾਨੂੰ ਨਾ ਸਾਰਿਆਂ ਨੂੰ ਤੁਸੀਂ ਮੈਡੀਟੇਸ਼ਨ ਦੀ ਧਿਆਨ ਦੀ ਗੱਲ ਕੀਤੀ ਹੈ, ਕਈ ਤਰ੍ਹਾਂ ਦੀ ਮੈਡੀਟੇਸ਼ਨ ਹੈ। ਕੋਈ ਕਹਿੰਦਾ ਹੈ ਕਿ ਇਕਾਗਰਤਾ ਹੋਣੀ ਚਾਹੀਦੀ ਹੈ, ਪਰ ਸ਼੍ਰੀ ਰਵੀ ਸ਼ੰਕਰ ਜਿਹੜੇ ਆਰਟ ਆਫ ਲਿਵਿੰਗ ਜੀ ਦੇ ਸੰਸਥਾਪਕ ਨੇ ਉਹ ਕਹਿੰਦੇ ਨੇ ਕਿ ਜਿਹੜੀ ਮੈਡੀਟੇਸ਼ਨ ਉਹ ਡੀਕਨਸੈਂਟ੍ਰੇਸ਼ਨ ਹੈ। ਮਨ ਨੂੰ ਕਿੱਦਾਂ ਵਿਚਾਰਾਂ ਤੋਂ ਰਹਿਤ ਕਰਨਾ ਹੈ। ਇਹ ਜਿਹੜਾ ਮਨ ਹੈ ਨਾ ਬਹੁਤ ਚੰਚਲ ਹੈ, ਪੈਂਡੂਲਮ ਵਾਂਗ ਹੈ, ਜਾਂ ਤਾਂ ਇਹ ਭੂਤਕਾਲ ਚ ਪਾਸਟ ਚ ਰਹਿੰਦਾ ਜਾਂ ਫਿਰ ਫਿਊਚਰ ਬਾਰੇ ਸੋਚਦਾ। ਤੁਸੀਂ ਪੈਂਡੂਲਮ ਦੀ ਉਦਾਹਰਨ ਦਿੱਤੀ, ਮੈਂ ਸਮਝਦਾ ਹੁੰਦਾ ਜਿਹੜਾ ਮਨ ਹੈ ਨਾ ਸਾਡਾ ਉਹ ਬਾਂਦਰ ਦੀ ਤਰ੍ਹਾਂ ਹੈ। ਮਤਲਬ ਪੈਂਡੂਲਮ ਤਾਂ ਫਿਰ ਆਪਣੀ ਇੱਕ ਰਫ਼ਤਾਰ ਨਾਲ ਚੱਲਦਾ ਹੈ, ਜਿਹੜਾ ਬਾਂਦਰ ਹੁੰਦਾ ਨਾ ਉਹਦਾ ਕੋਈ ਪਤਾ ਨਹੀਂ ਕਿ ਉਹ ਜ਼ਮੀਨ ਤੇ ਹੈ ਕਿ ਦਰਖਤ ਤੇ ਹੈ ਕਿ ਜਾਂ ਹੋਰ ਪਾਸੇ ਹੈ। ਸੋ ਇਸ ਕਰਕੇ ਮੇਰੀ ਜਿਹੜੀ ਇਹ ਮੰਨਣਾ ਹੈ ਕਿ ਮਨ ਦੀ ਅਵਸਥਾ ਜਿਹੜੀ ਉਹ ਬਾਂਦਰ ਦੀ ਨਿਆਈ ਹੁੰਦੀ ਹੈ। ਬਿਲਕੁਲ। ਔਰ ਇਹ ਮਨ ਜਿਹੜਾ ਨਾ ਜੇ ਅਸੀਂ ਇਹਨੂੰ ਕਹੀਏ ਕਿ ਤੂੰ ਆ ਨਹੀਂ ਸੋਚਣਾ, ਉਹ ਬਿਲਕੁਲ ਨਹੀਂ ਸੁਣਦਾ। ਜੋ ਅਸੀਂ ਇਹਨੂੰ ਕਵਾਂਗੇ ਤੂੰ ਆ ਨਹੀਂ ਕਰਨਾ, ਹੋਰ ਦੌੜਦਾ ਉਹਦੇ ਪਿੱਛੇ, ਉਹੀ ਕਰਦਾ ਹੈ ਨਾ। ਤਾਂ ਮੈਡੀਟੇਸ਼ਨ ਧਿਆਨ ਦੇ ਨਾਲ ਅਸੀਂ ਆਪਣੇ ਅੰਦਰ ਦਾ ਸਫ਼ਰ ਜਿਹੜਾ ਨਾ ਉਹ ਵਿਚਾਰਾਂ ਤੋਂ ਕਿੱਦਾਂ ਰਹਿਤ ਹੋਣਾ, ਇਹ ਤੁਸੀਂ ਮੈਂ ਸਾਰੇ ਦਰਸ਼ਕਾਂ ਨੂੰ ਨਾ ਇਨਵਾਈਟ ਕਰਦੀ ਹਾਂ। ਸਾਡੇ ਜੁਲਾਈ 13 ਤੋਂ ਲੈ ਕੇ ਅਗਸਤ 13 ਤੱਕ ਹਰ ਰੋਜ਼ ਫ੍ਰੀ ਸੈਸ਼ਨ ਹੋ ਰਿਹਾ ਹੈ। ਅੱਛਾ, ਹਾਂਜੀ, ਹਰ ਰੋਜ਼ ਤੁਸੀਂ ਭਾਵੇਂ 11:30 ਤੋਂ 1 ਵਜੇ ਸਵੇਰੇ ਜੁਆਇਨ ਕਰ ਲਓ, 3 ਵਜੇ ਦੁਪਹਿਰੀ ਜੁਆਇਨ ਕਰ ਲਓ, ਜਾਂ ਫਿਰ ਸ਼ਾਮੀ 6:30 ਤੋਂ 8 ਜੁਆਇਨ ਕਰ ਲਓ। ਸਪੈਸ਼ਲੀ ਪੰਜਾਬੀ ਦੇ ਵਿੱਚ ਇਸ ਸ਼ਨੀਵਾਰ ਨਾ 25 ਜੁਲਾਈ ਨੂੰ 11:30 ਵਜੇ ਫ੍ਰੀ ਸੈਸ਼ਨ ਲਈ ਤੁਸੀਂ ਆਓ, ਤੁਹਾਨੂੰ ਇੱਕ ਹੋਰ ਵਧੀਆ ਗਲਿੰਪਸ ਮਿਲੂਗੀ ਮੈਡੀਟੇਸ਼ਨ ਦੀ। ਤੇ ਇੱਕ ਬੜੀ ਇੰਪੋਰਟੈਂਟ ਐਜ਼ ਅ ਮੈਡੀਕਲ ਡਾਕਟਰ ਨਾ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮੈਸਾਚੂਸੇਟਸ ਜਨਰਲ ਹਸਪੀਟਲ ਉੱਥੇ ਨਾ ਅਮਰੀਕਾ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਰਿਸਰਚਰਸ ਨੇ ਰਿਸਰਚ ਕੀਤੀ ਤੇ ਜਿਹੜੇ ਲੋਕ ਨਿਯਮਿਤ ਅਭਿਆਸ ਦੇ ਨਾਲ ਰੈਗੂਲਰ ਪ੍ਰੈਕਟਿਸ ਕਰ ਰਹੇ ਇਸ ਧਿਆਨ ਦੀ ਮੈਡੀਟੇਸ਼ਨ ਦੀ, ਉਹਨਾਂ ਦਾ ਜਿਹੜਾ ਗ੍ਰੇ ਮੈਟਰ ਹੈ ਉਹ ਵੱਧਦਾ ਹੈ। ਅੱਛਾ, ਸੈਰੀਬਰਲ ਕਾਰਟੈਕਸ ਹੈ ਸਾਡੇ ਦਿਮਾਗ ਦੇ ਵਿੱਚ, ਉੱਥੇ ਹੁੰਦਾ ਹੈ। ਔਰ ਇਹਦਾ ਕੀ ਫੰਕਸ਼ਨ ਹੈ? ਸਾਡੀ ਯਾਦਾਸ਼ਤ, ਸਾਡਾ ਅਟੈਂਸ਼ਨ ਸਪੈਨ, ਕਿ ਅਸੀਂ ਜਿਹੜੀ ਡਿਸੀਜਨ ਮੇਕਿੰਗ ਹੈ ਉਹ ਮੈਂ ਪੰਜਾਬੀ ਚ ਦੱਸ ਦਵਾਂ, ਸਾਡੀ ਯਾਦਾਸ਼ਤ ਵਾਸਤੇ ਤੇਜ਼ ਹੁੰਦੀ ਹੈ। ਫਿਰ ਜਿਹੜਾ ਅਟੈਂਸ਼ਨ ਸਪੈਨ, ਕੋਈ ਵੀ ਕੰਮ ਹੈ ਉਹਦੇ ਵਿੱਚ ਅਸੀਂ ਪੂਰਾ ਧਿਆਨ ਲਾਉਂਦੇ ਹਾਂ, ਨਾ, ਜਾਂ ਫਿਰ ਕੋਈ ਫੈਸਲਾ ਕਰਨਾ ਹੈ, ਛੋਟਾ ਫੈਸਲਾ ਜਾਂ ਵੱਡਾ ਫੈਸਲਾ, ਉਹਦੇ ਲਈ ਦਿਮਾਗ ਦਾ ਕਲੀਅਰ ਹੋਣਾ ਜ਼ਰੂਰੀ ਹੈ। ਜੇ ਦਿਮਾਗ ਵਿਚਾਰਾਂ ਨਾਲ ਹੀ ਭਰਿਆ, ਚਿੰਤਾ ਨਾਲ ਹੀ ਭਰਿਆ, ਅਸੀਂ ਫੈਸਲਾ ਵੀ ਨਹੀਂ ਸਹੀ ਲੈ ਸਕਦੇ ਕਿ ਵੀ ਆ ਮੈਂ ਕੰਮ ਕਰਾਂ ਕਿ ਆ ਕਰਾਂ, ਮਤਲਬ ਕਨਫਿਊਜ਼ਨ ਬਣੀ ਰਹਿੰਦੀ ਹੈ। ਸੋ ਜਸਮਿੰਦਰ ਜੀ, ਜਦੋਂ ਤੁਸੀਂ ਫ੍ਰੀ ਜਿਹੜਾ ਤੁਸੀਂ ਸੈਸ਼ਨ ਦੇ ਰਹੇ ਹੋ, ਸ਼ਨੀਵਾਰ ਦੀ ਗੱਲ ਕਰ ਰਹੇ ਹੋ, ਮੈਂ ਚਾਹਾਂਗਾ ਕਿ ਜੇ ਅਗਰ ਲਿੰਕ ਤੁਸੀਂ ਦੱਸ ਦੋਗੇ ਕਿ ਕਿਵੇਂ ਜਾ ਕੇ ਉਹ ਲਿੰਕ ਦੇ ਨਾਲ ਜਿਹੜੀ ਆ ਸੰਪਰਕ ਹੋ ਸਕਦਾ। ਹਾਂਜੀ, ਜੇ ਤੁਸੀਂ ਸਿੰਪਲ ਤੁਸੀਂ ਟਾਈਪ ਕਰੋਗੇ tiny.cc/happiness, ਸਪੈਲਿੰਗ ਬੋਲ ਦਿਓ। ਅੱਛਾ ਜੀ, ਜੇ ਤੁਸੀਂ ਲਿਖ ਸਕਦੇ ਹੋ http 2 ਫਿਰ 2 ਸਲੈਸ਼ ਪਾ ਕੇ tiny.cc/happiness festival HAPPINESS FESTIVAL।
ਇਹ ਲਿੰਕ ਹੈ, ਉੱਥੇ ਜਾ ਕੇ ਤੁਸੀਂ ਡੇਟ ਸਿਲੈਕਟ ਕਰ ਲਓ। 25 ਜੁਲਾਈ 11:30 ਵਜੇ ਪੰਜਾਬੀ ਦਾ ਸੈਸ਼ਨ ਹੋਏਗਾ, ਨਹੀਂ ਤਾਂ ਕਿਸੇ ਵੀ ਸੈਸ਼ਨ 'ਚ ਆ ਜਾਓ, ਜਿਹੜੇ ਵੀ ਸੈਸ਼ਨ ਹੈ ਤੁਸੀਂ ਸਮਝ ਲਓਗੇ ਉੱਥੇ। ਜੇ ਤੁਹਾਨੂੰ ਉੱਥੇ ਤੁਸੀਂ ਦੱਸ ਵੀ ਸਕਦੇ ਹੋ ਕਿ ਮੈਨੂੰ ਪੰਜਾਬੀ 'ਚ ਸੈਸ਼ਨ ਚਾਹੀਦਾ, ਉਹ ਪੰਜਾਬੀ ਟੀਚਰ ਆ ਜਾਏਗਾ ਤੁਹਾਡੇ ਨਾਲ, ਉਹ ਸੰਪਰਕ ਕਰਾ ਦੇਣਗੇ ਜੀ। ਸੋ ਅਗਲਾ ਸਵਾਲ ਮੇਰਾ ਇਹ ਹੈ, ਕਿਉਂਕਿ ਸਮਾਂ ਸਾਡੇ ਕੋਲ ਬੜਾ ਸੀਮਤ ਹੈ ਔਰ ਸਾਡੀ ਕਿਸੇ ਵਜ੍ਹਾ ਕਰਕੇ ਤੁਹਾਨੂੰ ਦੱਸਿਆ ਵੀ ਟੈਕਨੀਕਲ ਖਰਾਬੀ ਕਰਕੇ ਜੋ ਸਾਡਾ ਸਮਾਂ ਬੜਾ ਰਫ਼ਤਾਰ ਨਾਲ ਅੱਗੇ ਵੱਧ ਗਿਆ। ਸਵਾਲ ਇਹ ਹੈ ਕਿ ਜਦੋਂ ਜਸਵਿੰਦਰ ਜੀ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਗੁੱਸਾ ਬਹੁਤ ਆਉਂਦਾ ਹੈ ਔਰ ਸਾਨੂੰ ਘਬਰਾਹਟ ਹੁੰਦੀ ਹੈ, ਜਾਂ ਇਹ ਕਹਿ ਲਓ ਕਿ ਵੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ ਵੀ ਇੱਕ ਤਾਂ ਹੁੰਦੀਆਂ ਵੀ ਸਾਡੇ ਕੋਈ ਫਿਜ਼ੀਕਲੀ ਸਾਡੇ ਦਿਲ ਅੰਦਰ ਕੋਈ ਪ੍ਰੋਬਲਮ ਆ ਗਈ, ਉਹਦੇ ਕਰਕੇ ਅਸੀਂ ਚਿੰਤਤ ਹੋ ਗਏ, ਸਾਡੇ ਰਿਲੇਸ਼ਨਸ਼ਿਪ 'ਚ ਕੋਈ ਪ੍ਰੋਬਲਮ ਆ ਗਈ, ਅਸੀਂ ਚਿੰਤਾ ਦੇ ਵਿੱਚ ਚਲੇ ਗਏ। ਹੁਣ ਸਭ ਤੋਂ ਜਿਹੜੀ ਬੇਸਿਕ ਗੱਲ ਹੈ, ਜਦੋਂ ਅਸੀਂ ਇਮੀਗ੍ਰੈਂਟਸ ਦੇ ਤੌਰ ਤੇ ਕੈਨੇਡਾ ਦੇ ਵਿੱਚ ਆਉਣੇ ਆ ਤਾਂ ਸਭ ਤੋਂ ਬੇਸਿਕ ਸਾਡੇ ਕੋਲੇ ਜਿਹੜੀ ਲੋੜ ਹੁੰਦੀ ਹੈ, ਨੀਡਸ ਹੁੰਦੀਆਂ ਨੇ, ਉਹ ਕੁੱਲੀ ਗੁੱਲੀ ਤੇ ਜੁੱਲੀ, ਮਤਲਬ ਇਹ ਚੀਜ਼ਾਂ ਜਿਹੜੀਆਂ ਸਾਨੂੰ ਚਾਹੀਦੀਆਂ, ਇਹਨਾਂ ਦੀ ਵੀ ਇੱਕ ਕਿਸਮ ਦੀ ਬਹੁਤ ਵੱਡੀ ਸਟ੍ਰੈਸ ਹੁੰਦੀ ਹੈ। ਫਿਰ ਜਦੋਂ ਸਾਡੇ ਕੋਲ ਘਰ ਆ ਜਾਂਦਾ, ਫਿਰ ਸਾਡੇ ਕੋਲ ਮਾਰਗੇਜਸ ਹੋਈ, ਫਿਰ ਇੰਸ਼ੋਰੈਂਸ ਹੋਈ, ਹੋਰ ਬਹੁਤ ਤਰ੍ਹਾਂ ਦੇ ਜਿਹੜੇ ਐਕਸਪੈਂਸਿਸ ਆ ਜਿਨ੍ਹਾਂ ਦੀ ਸਟ੍ਰੈਸ ਬਣੀ ਰਹਿੰਦੀ ਹੈ। ਕੀ ਇਹ ਸਾਧਨਾ ਜਿਹੜੀ ਹੈ, ਕੀ ਇਹ ਮੈਡੀਟੇਸ਼ਨ ਹੈ, ਇਹ ਜਿਹੜੀ ਮੈਂ ਤੁਹਾਨੂੰ ਪੈਸੇ ਧੇਲੇ ਦੇ ਸਟ੍ਰੈਸ ਦੀ ਗੱਲ ਕੀਤੀ ਹੈ, ਕਿ ਉਹਨੂੰ ਵੀ ਇਹ ਮੈਨੇਜ ਕਰ ਲੈਂਦੀ ਹੈ? ਬਹੁਤ ਵਧੀਆ ਸਵਾਲ ਹੈ ਰਮਨ ਜੀ। ਦੇਖੋ, ਇਹ ਜਦੋਂ ਮਨ ਨੂੰ ਅਸੀਂ ਸਾਧ ਲੈਂਦੇ ਆ ਨਾ, ਇਹ ਜਦੋਂ ਮਨ ਜਿਹੜਾ ਹੈ ਉਹ ਇਸ ਵਰਤਮਾਨ ਦੇ ਵਿੱਚ ਆ ਗਿਆ, ਜਦੋਂ ਅਸੀਂ ਇਸ ਧਿਆਨ ਦੇ ਵਿੱਚ ਸ਼ੁਰੂ ਕਰ ਲਿਆ ਨਾ, ਨਿਯਮਿਤ ਅਭਿਆਸ ਸ਼ੁਰੂ ਕਰ ਲਿਆ, ਉਹ ਸਮਾਂ ਦਿਨ ਦਾ ਸਾਨੂੰ ਬਹੁਤ ਚੰਗਾ ਲੱਗਦਾ ਤੇ ਸਾਨੂੰ ਇੱਕ ਅੰਦਰਲੀ ਸ਼ਕਤੀ ਦਿੰਦਾ ਹੈ ਕਿ ਜੇ ਮੌਰਗੇਜ ਦੇਣੀ ਵੀ ਹੈ ਤਾਂ ਅਸੀਂ ਕੋਈ ਕੰਮ ਕਰਨਾ ਹੈ। ਸਾਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਕਿ ਕਿਰਤ ਕਰੋ। ਅਸੀਂ ਜੇ ਇੱਥੇ ਸਾਡੇ ਕੋਲ ਕੈਨੇਡਾ ਲੈਂਡ ਆਫ ਓਪਰਚੁਨਿਟੀਜ਼ ਹੈ, ਜੇ ਸਾਡਾ ਮਨ ਸ਼ਾਂਤ ਹੈ, ਸਰੀਰ ਤੰਦਰੁਸਤ ਹੈ, ਅਸੀਂ ਕਿਰਤ ਕਰਾਂਗੇ ਤੇ ਅਸੀਂ ਮੌਰਗੇਜ ਆਪਣੀ ਪੇ ਕਰ ਸਕਦੇ ਹਾਂ। ਇੱਕ ਕਾਲ ਹੈ ਜੀ, ਉਸ ਤੋਂ ਬਾਅਦ ਚਰਚਾ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰਦੀ ਹਾਂ। ਹਾਂਜੀ ਮੇਰੀ ਲੰਬੀ ਗੱਲ ਹੋਣੀ ਹੈ, ਮੈਂ ਗੱਲ ਕਰ ਸਕਦੀ ਹਾਂ, ਮੈਂ ਫੋਨ ਨੰਬਰ ਦੇ ਸਕਦੀ ਹਾਂ? ਤੁਸੀਂ ਇਸ ਤਰ੍ਹਾਂ ਕਰੋ, ਫਿਰ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਅਸੀਂ ਤੁਹਾਡੇ ਨੰਬਰ ਤੇ ਫੋਨ ਕਰਕੇ ਉਹਨਾਂ ਦਾ ਪਰਸਨਲ ਜਿਹੜਾ ਨੰਬਰ ਅਨਾਉਂਸ ਕਰ ਦਾਂਗੇ, ਦੇ ਦੇਵਾਂਗੇ ਤੁਹਾਨੂੰ। ਜੇ ਅਗਰ ਕੋਈ ਤੁਸੀਂ ਸਵਾਲ ਜਾਂ ਹੁਣ ਸੁਝਾਅ ਕਰਨਾ ਚਾਹੁੰਦੇ ਆ ਕੋਈ ਸ਼ਾਰਟ ਦੇ ਵਿੱਚ, ਤਾਂ ਤੁਸੀਂ ਦੱਸੋ, ਤਾਂ ਕਿ ਥੋੜਾ ਜਿਹਾ ਹੋਰ ਵੀ ਤੁਹਾਡੇ ਸੁਝਾਅ ਦੇ ਨਾਲ ਜਾਂ ਤੁਹਾਡੇ ਸਵਾਲ ਦੇ ਨਾਲ ਦਰਸ਼ਕਾਂ ਨੂੰ ਵੀ ਕੋਈ ਅਵੇਅਰਨੈਸ ਹੋ ਸਕੇ। ਹੁਣ ਤਾਂ ਮੇਰੇ ਸਵਾਲ ਇਹ ਸੀਗਾ ਕਿ ਜਦੋਂ ਬੰਦਾ ਉਦਾਸ ਹੋਵੇ ਤੇ ਕਿਹੜਾ ਮੈਡੀਟੇਸ਼ਨ ਕਰਨਾ ਚਾਹੀਦਾ, ਕਿਉਂਕਿ ਮੈਂ ਹੁਣੀ ਪ੍ਰੋਗਰਾਮ ਦੇਖਦੀ ਸੀ ਕਿ ਮੇਰੇ ਤੋਂ ਮਿਸ ਹੋ ਗਿਆ। ਅੱਛਾ, ਇਸ ਕਰਕੇ ਮੈਂ ਨੰਬਰ ਪੁੱਛਿਆ। ਹਾਂਜੀ, ਮਤਲਬ ਜਦੋਂ ਆਪਾਂ ਉਦਾਸੀ ਦੀ ਅਵਸਥਾ ਜਾਂ ਉਦਾਸ ਫੀਲ ਕਰਦੇ, ਮਹਿਸੂਸ ਕਰਦੇ ਆ, ਹਾਂਜੀ, ਜਦੋਂ ਲੋਨਲੀ ਫੀਲ ਕਰਦੇ ਆ, ਤੇ ਫਿਰ ਸਾਨੂੰ ਕਿਹੜੀ ਮੈਡੀਟੇਸ਼ਨ ਕਰਨੀ ਚਾਹੀਦੀ ਹੈ? ਔਰ ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਥੋੜਾ ਜਿਹਾ ਇਹ ਵੀ ਤਾਂ ਕਿ ਫਿਰ ਬਾਅਦ ਚ ਤੁਹਾਨੂੰ। ਅਸੀਂ ਕੈਲੀਫੋਰਨੀਆ ਤੋਂ ਬੋਲ ਰਹੇ ਹਾਂ। ਤੇ ਨਾਮ ਕੀ ਹੈ? ਤੁਹਾਡਾ ਨਾਮ ਦੱਸੋਗੇ ਜੀ? ਹਾਂਜੀ, ਮੇਰਾ ਨਾਮ ਇੰਦਰ ਜੀ। ਇੰਦਰ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਔਰ ਤੁਹਾਡੀ ਜਿਹੜੀ ਉਦਾਸੀ ਦਾ ਉਹ ਕਾਰਨ ਕੀ ਹੋ ਸਕਦਾ ਹੈ ਔਰ ਕਿਵੇਂ ਇਹਦਾ ਹੱਲ ਹੋ ਸਕਦਾ ਹੈ, ਉਹ ਤੁਹਾਨੂੰ ਜਸਵਿੰਦਰ ਜੀ ਪਰਸਨਲੀ ਕਾਲ ਕਰਕੇ ਦੱਸ ਦੇਣਗੇ। ਪਰ ਬੇਸਿਕ ਜਿਹੜੀ ਜਿਨ੍ਹਾਂ ਲੋਕਾਂ ਨੂੰ ਉਦਾਸੀ ਹੁੰਦੀ ਹੈ ਉਹਦੇ ਬਾਰੇ ਵੀ ਅਸੀਂ ਜਸਵਿੰਦਰ ਜੀ ਤੋਂ ਜਾਣਦੇ ਵੀ ਕੀ ਕਾਰਨ ਹੁੰਦੇ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਰਮਨ ਜੀ, ਇੰਦਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਅੱਛਾ ਸਵਾਲ ਪੁੱਛਿਆ। ਪਤਾ, ਉਦਾਸੀ ਕਦੋਂ ਮਨ ਚ ਹੁੰਦੀ ਹੈ ਕਿ ਹਾਏ ਮੇਰੇ ਨਾਲ ਆ ਕੀ ਹੋ ਗਿਆ, ਮੇਰਾ ਕੀ ਬਣੂਗਾ, ਮੇਰੇ ਨਾਲ ਹੀ ਕਿਉਂ ਹੋਇਆ, ਹੈ ਨਾ। ਹਾਏ, ਜਦੋਂ ਅਸੀਂ ਸਿਰਫ ਆਪਣੇ ਆਪ ਤੇ ਫੋਕਸ ਕਰਦੇ ਆ ਨਾ ਕਿ ਮੇਰਾ ਕੀ ਹੋਊਗਾ, ਕਿਉਂ ਮੇਰੇ ਨਾਲ ਏਦਾਂ ਹੋ ਗਿਆ, ਹੈ ਨਾ, ਤਾਂ ਸ਼੍ਰੀ ਰਵੀ ਸ਼ੰਕਰ ਜੀ ਪਤਾ ਕੀ ਕਹਿੰਦੇ ਨੇ ਉਸ ਵੇਲੇ ਨਾ ਤੁਸੀਂ ਕਿਸੇ ਕੋਲ ਵੀ ਜਾਓ, ਉਹਨੂੰ ਪੁੱਛੋ ਕਿ ਮੈਂ ਤੁਹਾਡੇ ਲਈ ਕੀ ਕਰ ਸਕਦਾ। ਅੱਛਾ, ਜਦੋਂ ਤੁਸੀਂ ਇਹ ਕਰੋਗੇ ਨਾ, ਉਸ ਸੇਵਾ ਭਾਵ ਚ ਆਓਗੇ, ਤੁਸੀਂ ਦੇਖਿਓ ਤੁਹਾਡਾ ਡਿਪਰੈਸ਼ਨ, ਤੁਹਾਡੀ ਉਦਾਸੀ ਉਸੇ ਵੇਲੇ ਦੂਰ ਹੋ ਜੂਗੀ। ਤੁਸੀਂ ਕਿਸੇ ਕੋਲ ਨੂੰ ਵੀ ਆਪਣੇ ਕਿਸੇ ਨੂੰ ਵੀ ਪੁੱਛੋ ਕਿ ਬਈ ਮੈਂ ਤੁਹਾਡੇ ਲਈ ਕੀ ਕਰ ਸਕਦਾ। ਅੱਜ ਕੱਲ ਤਾਂ ਸੋਸ਼ਲ ਮੀਡੀਆ 'ਚ ਇੰਨੇ ਇਨੀਸ਼ੀਏਟਿਵਸ ਨੇ, ਤੇ ਸਭ ਤੋਂ ਪਹਿਲਾਂ ਇੱਕ ਤਾਂ ਇਹ, ਔਰ ਇੱਕ ਆਪਣੇ ਅੰਦਰ ਦੀ ਸ਼ਕਤੀ ਨੂੰ ਜਗਾਉਣਾ ਕਿ ਸਾਨੂੰ ਪਤਾ ਕੀ ਲੱਗਦਾ, ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵਾਕਿਆ ਹੋ ਰਿਹਾ ਕਿ ਸਿਰਫ ਮੇਰੇ ਨਾਲ ਹੋ ਰਿਹਾ, ਤੇ ਜਦੋਂ ਅਸੀਂ ਕਿਸੇ ਦੇ ਨਾਲ ਗੱਲ ਕਰਦੇ ਆ, ਕਿਸੇ ਦੀ ਲਾਈਫ ਸਟੋਰੀ ਜੇ ਸੁਣੀਏ ਨਾ, ਲੱਗਦਾ ਯਾਰ ਇਹਦੇ ਨਾਲ ਵੀ ਤਾਂ ਇਹ ਸਾਰਾ ਕੁਝ ਹੋਇਆ, ਇਹ ਸਿਰਫ ਇੱਕ ਸਟੋਰੀ, ਇਹਦੇ ਚ ਮੈਂ ਕਿਰਦਾਰ ਆ, ਉਹਦੇ ਵਿੱਚ ਉਹ ਕਿਰਦਾਰ ਹੈ। ਤੇ ਜਦੋਂ ਅਸੀਂ ਇੱਕ ਤਾਂ ਇਹ ਕਿ ਬਈ ਆਪਣੇ ਤੋਂ ਨਿਕਲ ਕੇ ਕਿਸੇ ਵਾਸਤੇ ਕੁਝ ਕਰੋ, ਕੁਝ ਵੀ, ਕਿਸੇ ਦੇ ਚਿਹਰੇ ਤੇ ਮੁਸਕਰਾਹਟ ਲਿਆਓ, ਤੁਸੀਂ ਆਪਣੇ ਅੰਦਰ ਉਹ ਖੁਸ਼ੀ ਮਹਿਸੂਸ ਕਰੋਗੇ। ਤੇ
ਬਾਕੀ ਇੱਕ ਮੈਡੀਟੇਸ਼ਨ ਨਹੀਂ ਹੈ, ਡੈਫੀਨਿਟਲੀ ਆਹ ਵਾਲੀ ਮੈਡੀਟੇਸ਼ਨ ਤੁਸੀਂ ਆ ਜਿਹੜਾ ਸਾਡਾ ਫੇਸਬੁੱਕ ਤੇ ਤੁਹਾਡੇ ਪੇਜ ਤੇ ਲਿੰਕ ਹੈ ਉਹਦੇ ਤੇ ਇੱਕ ਮੈਡੀਟੇਸ਼ਨ ਅਸੀਂ ਕਰਾਈ ਹੈ, ਉਹ ਕਰਕੇ ਦੇਖਣ ਤੇ ਇਹ ਵੀ ਜੁਆਇਨ ਕਰ ਸਕਦੇ ਆ, ਆਨਲਾਈਨ ਫ੍ਰੀ ਸੈਸ਼ਨ ਜੁਆਇਨ ਕਰਨ ਤੁਸੀਂ ਉਹਦੇ ਬਾਰੇ ਸਿਰਫ ਆਪਣੇ ਕੋਲ 1 ਮਿੰਟ ਆ, ਤੁਸੀਂ ਆਨਲਾਈਨ ਸੈਸ਼ਨ ਦਾ ਇੱਕ ਵਾਰੀ ਜ਼ਿਕਰ ਕਰ ਦਿਓ। ਤੇ 14 ਅਗਸਤ ਤੋਂ 16 ਅਗਸਤ ਕੈਨੇਡਾ ਵਾਈਡ ਆਨਲਾਈਨ ਹੈਪੀਨੈਸ ਫੈਸਟੀਵਲ ਹੋ ਰਿਹਾ ਹੈ ਕਿ 3 ਦਿਨ ਦਾ ਹੈਪੀਨੈਸ ਪ੍ਰੋਗਰਾਮ ਹੈ ਜਿਹਦੇ ਵਿੱਚ 3 ਘੰਟੇ ਰੋਜ਼ ਹੋਏਗਾ। ਅਸੀਂ ਸਿਖਾਵਾਂਗੇ ਸਾਹ ਦੀ ਕਿਰਿਆ, ਸੁਦਰਸ਼ਨ ਕਿਰਿਆ, ਕਿੱਦਾਂ ਆਪਣੇ ਮਨ ਨੂੰ ਸ਼ਾਂਤ ਰੱਖਣਾ, ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ। ਔਰ ਇਹਨਾਂ ਦਿਨਾਂ ਦੇ ਵਿੱਚ ਹਰ ਰੋਜ਼ ਸਾਡੇ ਫ੍ਰੀ ਸੈਸ਼ਨਸ ਚੱਲ ਰਹੇ ਨੇ ਤੇ ਆ ਲਿੰਕ ਫੇਸਬੁੱਕ ਤੇ ਹੈ, ਤੁਸੀਂ ਉਹਨੂੰ ਕਲਿੱਕ ਕਰਕੇ ਰਜਿਸਟਰ ਕਰ ਸਕਦੇ ਹੋ। ਔਰ ਇਸ ਨੰਬਰ ਤੇ ਕਾਲ ਕਰੋ 416 834 6628 416 834 6628 ਇਸ ਨੰਬਰ ਤੇ ਕਾਲ ਕਰਕੇ ਆਪਣਾ ਤੁਹਾਨੂੰ ਲਿੰਕ ਦੇ ਦਾਂਗੇ। ਤੁਸੀਂ ਕੋਈ ਵੀ ਫ੍ਰੀ ਸੈਸ਼ਨ ਪਹਿਲਾਂ ਜੁਆਇਨ ਕਰੋ ਔਰ ਫਿਰ ਹੈਪੀਨੈਸ ਪ੍ਰੋਗਰਾਮ ਕਰੋ, ਸੁਦਰਸ਼ਨ ਕਿਰਿਆ ਸਿੱਖੋ, ਤੁਸੀਂ ਜ਼ਿੰਦਗੀ ਦੇ ਵਿੱਚ ਬਦਲਾਵ ਮਹਿਸੂਸ ਕਰੋਗੇ। ਸੋ ਜਿੰਨਾ ਵੀ ਜਿਸ ਵੀ ਕਾਲਰ ਨੇ ਕਾਲ ਕੀਤੀ ਹੈ ਤੁਹਾਨੂੰ ਜਸਵਿੰਦਰ ਜੀ ਨੇ ਦੱਸਿਆ ਕਿ ਨੰਬਰ ਵੀ ਦੱਸਦਾ ਹੈ ਔਰ ਲਿੰਕ ਵੀ ਦੱਸਿਆ, ਪਰ ਫਿਰ ਵੀ ਕਿਸੇ ਵਜ੍ਹਾ ਦੇ ਨਾਲ ਤੁਸੀਂ ਟੀਵੀ ਸੈੱਟ ਹੁਣੇ ਤੁਸੀਂ ਆਪਣਾ ਔਨ ਕੀਤਾ ਸੀ ਤਾਂ ਤੁਸੀਂ ਫੇਸਬੁੱਕ ਦੇ ਉੱਪਰ ਜਾ ਕੇ ਵਿਜ਼ਨ ਪੰਜਾਬ ਟੀਵੀ ਕੈਨੇਡਾ ਸਰਚ ਕਰੋਗੇ, ਉਸ ਲਿੰਕ ਤੇ ਕਲਿੱਕ ਕਰਿਓ ਤਾਂ ਇਹ ਸਾਰੇ ਦੇ ਸਾਰੇ ਲਿੰਕ ਜਸਵਿੰਦਰ ਵਿਰਕ ਜੀ ਦੇ ਨਾਲ ਅੱਜ ਸਾਡਾ ਜੋ ਅੱਜ ਸੈਗਮੈਂਟ ਹੋਇਆ ਇਹ ਵੀ ਲਿੰਕ ਉੱਥੇ ਮੌਜੂਦ ਆ। ਔਰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਜਿੰਨਾ ਵੀ ਲਿੰਕ ਇਹਨਾਂ ਨੇ ਦੱਸੇ ਨੇ ਜਾਂ ਜਿਹੜੇ ਫੋਨ ਨੰਬਰ ਦੱਸੇ ਨੇ ਉਹਨਾਂ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ। ਔਰ ਫ੍ਰੀ ਸੈਸ਼ਨ ਵੀ ਇਹ ਕਰਵਾ ਰਹੇ ਆ, ਹਰ ਰੋਜ਼ ਕਰਵਾ ਰਹੇ ਆ। ਔਰ ਇਸ ਤੋਂ ਬਾਅਦ ਇੱਕ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਹੈਪੀਨੈਸ ਆਨਲਾਈਨ ਹੈਪੀਨੈਸ ਫੈਸਟੀਵਲ ਜੀ, ਉਹ ਉਸ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਰਜਿਸਟਰ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਨੂੰ ਅਸੀਂ ਇਨਵਾਈਟ ਕਰਾਂਗੇ। ਔਰ ਇਸ ਤਰੀਕੇ ਨਾਲ ਅਸੀਂ ਇਨਵਾਈਟ ਕਰਾਂਗੇ ਦਰਸ਼ਕਾਂ ਨੂੰ ਵੀ। ਮੈਂ ਅਨਾਉਂਸ ਕਰ ਦੇਵਾਂ ਕਿ ਅਸੀਂ ਜੋ ਅੱਜ ਤੁਸੀਂ ਟੇਬਲ ਦੇਖ ਰਹੇ ਹੋ, ਟੇਬਲ ਨੂੰ ਹਟਾ ਕੇ ਬਕਾਇਦਾ ਡੈਮੋ ਲਵਾਂਗੇ ਜਸਵਿੰਦਰ ਜੀ ਤੋਂ ਜਾਂ ਹੋਰ ਜਿਹੜੇ ਟੀਚਰ ਇਹ ਆਉਣਗੇ, ਯੋਗਾ ਦੀਆਂ ਹੋਈਆਂ, ਪ੍ਰਾਣਾਯਾਮ ਦੀਆਂ ਹੋਈਆਂ ਜਾਂ ਕਿਸ ਤਰੀਕੇ ਦੇ ਨਾਲ ਬੇਸਿਕ ਜਿਹੜੀ ਮੈਡੀਟੇਸ਼ਨ ਕੀਤੀ ਜਾ ਸਕਦੀ ਹੈ ਉਹਦੇ ਬਾਰੇ ਤੁਹਾਡੇ ਤੋਂ ਅਸੀਂ ਜ਼ਰੂਰ ਸਿੱਖਾਂਗੇ। ਔਰ ਉਹਦੇ ਲਈ ਅੱਜ ਹੀ ਮੈਂ ਤੁਹਾਨੂੰ ਇਨਵਾਈਟ ਕਰ ਰਿਹਾ ਕਿ ਤੁਸੀਂ ਆਪਣਾ ਟਾਈਮ ਰੱਖਿਓ। ਥੈਂਕ ਯੂ, ਸ਼ੁਕਰੀਆ। ਸੋ ਸ਼ੁਕਰੀਆ ਦਰਸ਼ਕੋ ਤੁਹਾਡਾ ਵੀ। ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ ਔਰ ਪਿਆਰ ਦਿੰਦੇ ਰਹੋ ਵਿਜ਼ਨ ਪ੍ਰਾਈਮ ਟਾਈਮ ਨੂੰ। ਔਰ ਨਵੇਂ ਮਹਿਮਾਨਾਂ ਤੇ ਨਵੇਂ ਵਿਸ਼ੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਜਿਉਂਦੇ ਰਹੋ, ਵਸਦੇ ਰਹੋ, ਖੁਸ਼ੀਆਂ ਮਾਣੋ ਔਰ ਸ਼ਬਾ ਖੈਰ। ਸਤਿ ਸ਼੍ਰੀ ਅਕਾਲ।